ਪ੍ਰਭ ਦਾਤੋ ਦਾਤਾਰ, ਪਰਿਉ ਜਾਚਕ ਇਕ ਸ਼ਰਨਾ। ਮਿਲੈ ਦਾਨ ਸੰਤਰੇਨ, ਜੀਹ ਲਗ ਭਉਜਲ ਤਰਨਾ। ਪ੍ਰਭ ਦਾਤੋ ਦਾਤਾਰ, ਪਰਿਉ ਜਾਚਕ ਇਕ ਸ਼ਰਨਾ। ਮਿਲੈ ਦਾਨ ਸੰਤਰੇਨ, ਜੀਹ ਲਗ ਭਉਜਲ ਤਰਨਾ। ਬਿਨਤ ਕਰੋ ਅਰਦਾਸ ਸੁਨੋ, ਜੇ ਠਾਕੁਰ ਭਾਵੈ। ਦੇਹੁ ਦਰਸ਼ ਮਨ ਚਾਓ, ਭਗਤ ਇਹ ਮਨ ਠਹਿਰਾਵੈ। ਬੜਿਓ ਚਰਾਗ ਅੰਧਿਆਰ ਮਹਿ, ਸਭ ਕਲ ਉਧਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਬੜਿਓ ਚਰਾਗ ਅੰਧਿਆਰ ਮਹਿ, ਸਭ ਕਲ ਉਧਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਾਤਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦਾ ਕੀਰਤਨ ਬੜੇ ਹੀ ਅਦਬ ਸਤਿਕਾਰ ਸਹਿਤ ਸ਼ਰਵਣ ਕੀਤਾ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤੇ ਹੋਏ ਪਾਵਨ ਸਵਈਏ, ਜਿਨ੍ਹਾਂ ਦੀ ਲੜੀਵਾਰ ਕਥਾ ਵਿਚਾਰ ਆਪ ਜੀ ਸੁਣਦੇ ਹੋ। ਇਹ 9ਵਾਂ ਸਵਈਆ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੁਬਾਰਕ ਅੰਕ 1386 ਅਤੇ 87 ਉੱਪਰ ਸੁਭਾਏਮਾਨ ਹੈ, ਜਿਸ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਸਤਿਗੁਰੂ ਜੀ ਇਸ ਸਵਈਏ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਹਜ਼ੂਰ ਇੱਕ ਬੇਨਤੀ ਕਰਦੇ ਹਨ, ਜੋਦੜੀ ਕਰਦੇ ਹਨ, ਬਿਨੈ ਅਰਜ਼ ਕਰਦੇ ਹਨ। ਆਖਦੇ ਨੇ, ਹੇ ਪ੍ਰਭੂ, ਹੇ ਅਕਾਲ ਪੁਰਖ, ਤੂੰ ਦਾਤਾ ਹੈ, ਦਾਤਾਂ ਦੇਣ ਦੀ ਤਾਕਤ ਰੱਖਦਾ ਹੈ। ਮੈਂ ਤੇਰੇ ਸਨਮੁਖ ਇੱਕ ਜਾਚਕ, ਜਾਚਕ ਦਾ ਅਰਥ ਹੁੰਦਾ ਹੈ ਜਾਚਨਾ ਕਰਨ ਵਾਲਾ, ਮੰਗਣ ਵਾਲਾ। ਮੈਂ ਤੇਰੇ ਸਨਮੁਖ ਇੱਕ ਮੰਗਤਾ ਹਾਂ, ਮੰਗਣ ਵਾਲਾ ਹਾਂ, ਕੁਝ ਯਾਚਨਾ ਕਰਦਾ ਹਾਂ, ਚਾਹੁੰਦਾ ਹਾਂ, ਸਵਾਲੀ ਹਾਂ ਤੇਰੇ ਦਰ ਦਾ, ਔਰ ਤੇਰੇ ਸਾਹਮਣੇ ਇੱਕ ਦਾਤ ਮੰਗਦਾ ਹਾਂ, ਇੱਕੋ ਇੱਕ। ਤੇਰਾ ਹੀ ਆਧਾਰ ਔਰ ਤੇਰਾ ਹੀ ਆਸਰਾ ਹੈ। ਜਿੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹ ਬਚਨ ਕਹੇ ਵੀ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਦਾਤਾ ਹੈ, ਤੂੰ ਦਾਤਿਆਂ ਦਾ ਵੀ ਦਾਤਾ ਹੈ। ਦੂਸਰੀ ਗੱਲ ਕਹੀਏ ਕਿ ਮੈਂ ਤੈਨੂੰ ਦਾਤਾਰ ਮੰਨ ਕੇ ਤੇਰੇ ਸਾਹਮਣੇ ਇੱਕ ਜਾਚਕ ਦੀ ਨਿਆਈ, ਇੱਕ ਭਿਖਾਰੀ, ਸਵਾਲੀ, ਮੰਗਤੇ ਦੀ ਨਿਆਈ ਖੜਾ। ਉੱਥੇ ਇੱਕ ਤੀਸਰਾ ਬਚਨ ਵੀ ਪਹਿਲੀ ਪੰਕਤੀ ਵਿੱਚ ਨਾਲ ਹੀ ਸਤਿਗੁਰਾਂ ਨੇ ਦਰਜ ਕੀਤਾ ਹੈ ਵੀ ਮੈਂ ਮੰਗਤਾ ਜ਼ਰੂਰ ਹਾਂ, ਪਰ ਧਿਰ ਧਿਰ ਦਾ ਨਹੀਂ, ਇੱਕੋ ਤੇਰੇ ਸਨਮੁਖ ਹੀ ਮੈਂ ਕੇਵਲ ਮੰਗ ਰਿਹਾ ਹਾਂ ਕੁਝ।
ਮੈਨੂੰ ਤੇਰੇ ਦਾਤੇ ਹੋਣ ਵਿੱਚ ਵੀ ਕੋਈ ਸ਼ੱਕ ਨਹੀਂ, ਤੇ ਮੈਂ ਆਪਣੇ ਆਪ ਨੂੰ ਤੇਰੇ ਦਰ ਦਾ ਜਾਚਕ ਵੀ ਮੰਨਦਾ, ਮੰਗਣ ਵਾਲਾ ਵੀ ਮੰਨਦਾ। ਪਰ ਮੈਂ ਐਸਾ ਜਾਚਕ ਹਾਂ, ਐਸਾ ਮੰਗਤਾ ਜਿਹੜਾ ਕਿਸੇ ਹੋਰ ਦਰਵਾਜ਼ੇ ਤੇ ਨਹੀਂ ਜਾਂਦਾ, ਕੇਵਲ ਤੇਰੇ ਦਰਵਾਜ਼ੇ ਤੇ ਆਉਣਾ। ਪਰ ਉਹ ਜਾਚਕ ਇੱਕ ਸ਼ਰਨਾ। हे ਅਕਾਲ ਪੁਰਖ ਵਾਹਿਗੁਰੂ, ਕੇਵਲ ਤੇਰੀ ਇੱਕੋ ਇੱਕ ਦਾਤਾਰ ਦੀ ਮੈਂ ਸ਼ਰਨ ਵਿੱਚ ਹਾਂ, ਹੋਰ ਕਿਸੇ ਦਰਵਾਜ਼ੇ ਤੇ ਮੈਂ ਨਹੀਂ ਜਾਂਦਾ ਮੰਗਣ ਵਾਸਤੇ। ਕਿਉਂਕਿ ਹੋਰ ਕੋਈ ਇੰਨਾ ਸਮਰੱਥ ਵੀ ਨਹੀਂ ਵੀ ਇਹ ਦਾਤ ਮੈਨੂੰ ਜੋ ਮੈਂ ਮੰਗਣਾ ਹੈ ਉਹ ਮੇਰੀ ਝੋਲੀ 'ਚ ਪਾ ਸਕੇ। ਇਸ ਕਰਕੇ ਦਾਤਾਰ ਮੁਬਾਰਕ ਬਾਣੀ ਦੇ ਵਿੱਚ ਆਖਦੇ ਨੇ, ਮੰਗੋ ਰਾਮ ਤੇ ਸਭ ਥੋਕ। ਥੋਕ ਦਾ ਅਰਥ ਹੈ ਆਤਮਕ ਮਾਨਸਿਕ ਜ਼ਿੰਦਗੀ ਦੇ ਸਭ ਪਦਾਰਥ ਮੈਂ ਅਕਾਲ ਪੁਰਖ ਵਾਹਿਗੁਰੂ ਕੋਲੋਂ ਮੰਗਦਾ। ਮੰਗੋ ਰਾਮ ਤੇ ਸਭ ਥੋਕ। ਪਰ ਨਾਲ ਹੀ ਅੱਗੇ ਸਪਸ਼ਟ ਕੀਤਾ, ਕਹਿਣ ਲੱਗੇ ਮਾਨੁਖ ਕਉ ਜਾਚਤ ਸ਼ਰਮ ਪਾਈਐ। ਸ਼ਰਮ ਦਾ ਅਰਥ ਹੈ ਮਿਹਨਤ, ਭਟਕਣਾ, ਘਾਲਣਾ, ਵਿਅਰਥ ਦੀ ਐਵੇਂ ਉਲਝਣ ਪੈ ਜਾਂਦੀ ਏ ਮਨੁੱਖ ਦੇ ਅੱਗੇ ਹੱਥ ਅੱਡਣ ਨਾਲ। ਕਹਿੰਦੇ ਨੇ ਮਨੁੱਖ ਕੋਲੋਂ ਇਹ ਦਾਤ ਨਹੀਂ ਮੈਂ ਮੰਗਦਾ, ਨਾ ਹੀ ਮਨੁੱਖ ਇਹ ਦੇ ਸਕਦਾ। ਹੁਣ ਜਿਹੜਾ ਥੋਕ ਦਾ ਅਰਥ ਹੁੰਦਾ ਪਦਾਰਥ, ਜਿਹੜਾ ਪਦਾਰਥ ਗੁਰੂ ਸਾਹਿਬ ਕਹਿੰਦੇ ਨੇ ਮੈਂ ਮੰਗ ਰਿਹਾ ਨਾ, ਇਹ ਨਾ ਤਾਂ ਮਨੁੱਖ ਦੇ ਕੋਲ ਏ ਤੇ ਨਾ ਮਨੁੱਖ ਦੇ ਹੀ ਸਕਦਾ। ਤੇ ਮਨੁੱਖ ਕੋਲੋਂ ਮੰਗਣਾ ਐਵੇਂ ਵਿਅਰਥ ਦੀ ਭਟਕਣਾ ਤੇ ਵਾਧੂ ਦੀ ਮਿਹਨਤ ਏ। ਮਾਨੁਖ ਕਉ ਜਾਚਤ ਸ਼ਰਮ ਪਾਈਐ, ਪ੍ਰਭ ਕੈ ਸਿਮਰਨ ਮੋਖ। ਵੈਸੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਨਾ, ਪਹਿਲੀ ਤੇ ਗੱਲ ਮਹਾਰਾਜ ਨੇ ਸਾਨੂੰ ਇਹ ਸਮਝਾਈਏ ਕਿ ਮਨੁੱਖ ਤੈਨੂੰ ਇਹ ਪੱਕੀ ਤਰ੍ਹਾਂ ਪਛਾਣ ਹੋਵੇ ਵੀ ਸਾਰੀਆਂ ਦਾਤਾਂ ਦਾ ਮਾਲਕ ਕੇਵਲ ਇੱਕ ਸ਼੍ਰੋਮਣੀ ਅਕਾਲ ਪੁਰਖ ਹੈ। ਇਸ ਕਰਕੇ ਬਚਨ ਕਿਹਾ, ਕਹਿਣ ਲੱਗੇ ਦਾਤਾ ਏਕ ਹੈ ਸਭ ਕੋ ਦੇਵਨਹਾਰ। ਦਾਤਾ ਹੀ ਕੋਈ ਬਹੁਤੇ ਨਹੀਂ, ਦੋ ਜਾਂ ਤਿੰਨ ਨਹੀਂ, ਤੂੰ ਮਿਥਲੇ ਨੇ ਗੱਲ ਵੱਖਰੀ ਹੈ, ਪਰ ਅਸਲੀਅਤ ਵਿੱਚ ਦਾਤਾ ਇੱਕੋ ਹੀ ਹੈ। ਔਰ ਉਹੀ ਸਾਰਿਆਂ ਨੂੰ ਦਾਤਾਂ ਦੇਣ ਦੀ ਤਾਕਤ ਤੇ ਸਮਰੱਥਾ ਰੱਖਦਾ ਹੈ। ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਟੋਟ ਨ ਆਵਈ ਅਗਨਤ ਭਰੇ ਭੰਡਾਰ। ਦਾਤਾਂ ਦਿੰਦਿਆਂ ਉਹਦੇ ਘਰ ਵਿੱਚ ਘਾਟ ਕੋਈ ਨਹੀਂ ਪੈਂਦੀ। ਦਿੰਦੇ ਟੋਟ ਨਾ ਆਵੇ, ਟੋਟ ਦਾ ਅਰਥ ਹੁੰਦਾ ਘਾਟਾ ਪੈ ਜਾਣਾ, ਲਾਸ ਹੋ ਜਾਣਾ, ਨੁਕਸਾਨ ਹੋਣਾ, ਹਾਨੀ ਹੋਣੀ। ਵੀ ਇਹਨਾਂ ਦੇ ਦਿੱਤਾ ਘਟੇਗਾ ਨਾ, ਜਿਹਦੇ ਕੋਲੋਂ ਕੋਈ ਜਾਏਗਾ ਉਹਦੇ ਕੋਲ ਘਾਟਾ ਤੇ ਪਏਗਾ ਹੀ। ਔਰ ਗੌਰ ਕਰਨਾ, ਸੰਸਾਰ ਦੇ ਜਿਹੜੇ ਦਾਤੇ ਨੇ ਨਾ, ਸੰਸਾਰ ਦੇ ਜਿਹੜੇ ਵਿਅਕਤੀ ਆਪਣੇ ਹੱਥੋਂ ਦਿੰਦੇ ਨੇ, ਮਨੁੱਖ ਦੇ ਕੋਲ ਹਜ਼ਾਰਾਂ ਹੋਣ ਤੇ ਸੈਂਕੜਿਆਂ 'ਚ ਹੀ ਦੇ ਸਕਦਾ, ਲੱਖਾਂ 'ਚ ਨਹੀਂ ਦੇ, ਕਿਉਂਕਿ ਇਹਨੀ ਕਪੈਸਿਟੀ ਨਹੀਂ। ਹਜ਼ਾਰਾਂ ਵਾਲਾ ਜੇ ਹਜ਼ਾਰਾਂ 'ਚ ਹੀ ਦੇਣਾ ਸ਼ੁਰੂ ਕਰ ਦੇਵੇ ਤੇ ਕੰਗਾਲ ਹੋ ਜਾਏਗਾ। ਲੱਖਾਂ ਵਾਲਾ ਜੇ ਲੱਖਾਂ ਵਿੱਚ ਹੀ ਵੰਡਣਾ ਸ਼ੁਰੂ ਕਰ ਦੇਵੇ ਤੇ ਕੰਗਾਲ ਹੋ ਜਾਏਗਾ। ਇਸ ਕਰਕੇ ਸੈਂਕੜਿਆਂ ਵਿੱਚ ਹਜ਼ਾਰਾਂ ਵਾਲਾ ਵੰਡਦਾ ਹੈ, ਲੱਖਾਂ ਵਾਲਾ ਹਜ਼ਾਰਾਂ ਵਿੱਚ ਵੰਡਦਾ ਹੈ, ਕਰੋੜਾਂ ਵਾਲਾ ਲੱਖਾਂ ਵਿੱਚ ਵੰਡਦਾ। ਆਪਣੀ ਕਪੈਸਿਟੀ ਵੇਖ ਕੇ ਵੰਡਦਾ ਹੈ, ਵੀ ਇਹ ਨਾ ਹੋਵੇ ਵੀ ਮੈਂ ਹੱਥੋਂ ਵੰਡਣ ਲੱਗ ਪਵਾਂ ਤੇ ਕੱਲ ਨੂੰ ਮੈਂ ਵੀ ਮੰਗਣ ਵਾਲਿਆਂ ਦੀ ਕਤਾਰ ਵਿੱਚ ਖਲੋਤਾ ਹੋਵਾਂ। ਆਪਣੀ ਕਪੈਸਿਟੀ ਵੇਖ ਕੇ ਦਿੰਦਾ ਹੈ। ਪਰ ਜਦੋਂ ਉਸ ਦਾਤੇ ਦੀ ਗੱਲ ਆਈ ਨਾ, ਉਦੋਂ ਮਹਾਰਾਜ ਨੇ ਬਾਣੀ ਦੇ ਵਿੱਚ ਆਖਿਆ, ਉਹਦੇ ਘਰ ਵਿੱਚ ਟੋਟਾ ਹੀ ਕੋਈ ਨਹੀਂ। ਦਿੰਦੇ ਟੋਟ ਨਾ ਆਵਈ ਅਗਨਤ ਭਰੇ ਭੰਡਾਰ। ਅਗਨਤ ਗਿਣਤੀ ਤੋਂ ਬਾਹਰੇ ਭੰਡਾਰ ਨੇ ਉਹਦੇ ਕੋਲ। ਔਰ ਨਾਲ ਇਹ ਵੀ ਕਿਹਾ, ਜਦੋਂ ਆਪਾਂ ਗੁਰੂ ਨਾਨਕ ਸਾਹਿਬ ਜੀ ਦੀ ਇਹ ਪਾਵਨ ਬਾਣੀ ਨਿਤਨੇਮ ਦੇ ਰੂਪ ਵਿੱਚ ਪੜ੍ਹਦੇ ਹਾਂ ਤਾਂ ਉਸ ਵਿੱਚ ਸਤਿਗੁਰੂ ਜੀ ਕਹਿੰਦੇ ਨੇ, ਦਿੰਦਾ ਦੇ ਲੈਂਦੇ ਥੱਕ ਪਾਏ। ਥੱਕ ਦਾ ਅਰਥ ਹੈ ਹੰਭ ਜਾਂਦੇ ਆ, ਵਿਨਸ ਜਾਂਦੇ ਆ, ਖਤਮ ਹੋ ਜਾਂਦਾ ਹੈ ਸਾਡਾ ਜੀਵਨ। ਪਰ ਦਾਤਾਂ ਅਸੀਂ ਤੇ ਪੈਦਾ ਨਹੀਂ ਨਾ ਕੀਤੀਆਂ, ਇਸ ਕੁਦਰਤ ਦੇ ਵਿੱਚ ਹੀ ਹੈ ਨਾ ਸਾਰਾ ਕੁਝ ਵਰਤਣ ਵਾਲੇ ਵਾ। ਜੋ ਵੀ ਹੈ, ਜੋ ਵੀ ਦਾਤ ਸਾਡੇ ਆਪਣੀ ਹੋਂਦ ਤੋਂ ਲੈ ਕੇ ਪਦਾਰਥਾਂ ਤੱਕ, ਜੀਵਨ ਤੱਕ, ਸੁੱਖ ਤੱਕ, ਇਹ ਸਭ ਜੋ ਵੀ ਕੁਝ ਹੈ ਸਾਡੇ ਕੋਲ, ਮਹਾਰਾਜ ਆਖਦੇ ਨੇ ਕੁਝ ਵੀ ਅਸੀਂ ਤੇ ਪੈਦਾ ਹੀ ਨਹੀਂ ਕੀਤਾ, ਸਭ ਕੁਦਰਤ ਦੇ ਜੋੜ ਤੋੜ ਨੇ। ਔਰ ਇਹ ਸਭ ਦਾਤਾਂ ਜਿਹੜੀਆਂ ਨੇ, ਦਿੰਦਾ ਦੇਣ ਵਾਲਾ ਦਾਤਾਰ ਸਾਨੂੰ ਦੇ ਰਿਹਾ, ਲੈਂਦੇ ਅਸੀਂ ਵਰਤਦੇ, ਖਰਚਦੇ, ਹੰਡਾਉਂਦੇ ਥੱਕ ਪਾਏ, ਵਿਨਸ ਜਾਂਦੇ ਆ, ਹੰਭ ਜਾਂਦੇ ਆ, ਖਤਮ ਹੋ ਜਾਂਦੇ ਆ। ਪਰ ਮਹਾਰਾਜ ਆਖਦੇ ਨੇ ਉਸ ਵਾਹਿਗੁਰੂ ਦੀਆਂ ਦਾਤਾਂ ਵਿੱਚ ਕਦੇ ਟੋਟਾ ਨਹੀਂ ਪੈਂਦਾ। ਜੁਗਾਂ ਜੁਗੰਤਰ ਖਾਹੀ ਸਦੀਆਂ ਤੋਂ, ਆਰੰਭਤਾ ਤੋਂ ਜੀਵ ਵਰਤ ਰਹੇ ਨੇ, ਵਰਤਦੇ ਰਹਿਣਗੇ। ਪਰ ਇੱਕ ਗੱਲ, ਇਹ ਵਿਚਾਰ ਸਾਨੂੰ ਤਾਂ ਗੁਰਬਾਣੀ ਨੇ ਸਮਝਾਇਆ ਬਾਰ-ਬਾਰ ਵੀ ਹੇ ਮਨੁੱਖ, ਆਪਣੇ ਮਨ ਅੰਦਰ। ਵੈਸੇ ਮੈਨੂੰ ਇਹ ਗੱਲ ਬੜੀ ਟੁੰਬਦੀ ਹੈ ਵੀ ਗੁਰੂ ਨਾਨਕ ਮਹਾਰਾਜ ਨੇ ਨਾ ਇਹ ਸ਼ਬਦ, ਤਿੰਨ ਸਿਧਾਂਤ ਜਿਹੜੇ ਅਸੀਂ ਗੁਰਸਿੱਖੀ ਦੇ ਨੇ, ਵੀ ਪਹਿਲਾ ਹੈ ਅਕਾਲ ਪੁਰਖ ਦਾ ਨਾਮ ਜਪਣਾ, ਦੂਜਾ ਹੈ ਧਰਮ ਦੀ ਕਿਰਤ ਕਰਨੀ, ਤੇ ਤੀਸਰਾ ਹੈ ਵੰਡ ਕੇ ਛਕਣਾ। ਦਾਨ ਦੇਣਾ ਨਹੀਂ,
ਧਿਆਨ ਦੇਣਾ। ਦਾਨ ਦੇਣਾ ਸ਼ਬਦ ਹੀ ਨਹੀਂ ਵਰਤਿਆ, ਸ਼ਬਦ ਵਰਤਿਆ ਵੰਡ ਕੇ ਛਕਣਾ। ਹੁਣ ਜਿਹੜਾ ਦਾਨ ਲੈਣ ਵਾਲਾ ਹੈ ਨਾ, ਗੌਰ ਕਰਨਾ, ਦਾਨ ਲੈਣ ਵਾਲੇ ਦੇ ਮਨ ਅੰਦਰ ਹੀਣ ਭਾਵਨਾ ਹੋਣੀ ਹੈ ਕਿ ਮੈਂ ਤਾਂ ਜਾਚਕਾਂ, ਮੰਗਤਾ, ਭਿਖਾਰੀ। ਬੰਦੇ ਕੋਲੋਂ ਬੰਦਾ ਜਦੋਂ ਮੰਗਦਾ ਤੇ ਅੱਖਾਂ ਝੁਕਾ ਕੇ ਹੀ ਮੰਗਣਾ ਪੈਂਦਾ, ਹੱਥ ਅੱਡਣਾ ਪੈਂਦਾ, ਆਪਣਾ ਆਪ ਗਵਾਉਣਾ ਪੈਂਦਾ ਬੰਦੇ ਨੂੰ। ਜਿਹੜਾ ਦੇਣ ਵਾਲੇ ਉਹਦੇ ਅੰਦਰ ਇੱਕ ਈਗੋ ਹੁੰਦੀ ਹੈ, ਇੱਕ ਹਉਮੈ ਹੁੰਦੀ ਹੈ ਵੀ ਮੈਂ ਦੇ ਰਿਹਾ, ਮੈਂ ਦਾਨੀ ਹਾਂ, ਮੈਂ ਦਾਨੀ ਹਾਂ। ਇੱਕ ਸੂਖਮ ਹਉਮੈ, ਈਗੋ ਉਹਦੇ ਅੰਦਰ, ਹੰਕਾਰ ਉਹਦੇ ਅੰਦਰ ਸੁਭਾਵਕ ਹੀ ਪਨਪਦਾ। ਇੱਕ ਦਾਤਾ ਬਣ ਗਿਆ, ਇੱਕ ਭਿਖਾਰੀ ਬਣ ਗਿਆ, ਇੱਕ ਗੈਪ ਬਣ ਗਿਆ ਦੋਵਾਂ ਬੰਦਿਆਂ ਦੇ ਵਿਚਕਾਰ। ਗੁਰੂ ਸਾਹਿਬ ਜੀ ਨੇ ਦਾਨ ਦੇਣਾ ਜਾਂ ਦਾਨ ਲੈਣਾ ਸ਼ਬਦ ਹੀ ਨਹੀਂ ਵਰਤਿਆ, ਵੰਡ ਕੇ ਛਕਣਾ ਸ਼ਬਦ ਵਰਤਿਆ। ਵੰਡ ਕੇ ਛਕਣ ਦਾ ਅਰਥ ਹੈ ਵੀ ਤੂੰ ਕੋਈ ਜੇ ਦੇ ਰਿਹਾ ਨਾ ਕੁਝ ਆਪਣੇ ਹੱਥੋਂ ਕਿਸੇ ਲੋੜਵੰਦ ਨੂੰ, ਤੇ ਤੂੰ ਅਹਿਸਾਨ ਨਹੀਂ ਕਰ ਰਿਹਾ। ਤੂੰ ਪਹਿਲਾਂ ਇਸ ਗੱਲ ਨੂੰ ਮੰਨ ਕੇ ਚੱਲਣਾ ਕਿ ਮੈਂ ਤਾਂ ਸੇਵਾ ਕਰ ਰਿਹਾ, ਅਹਿਸਾਨ ਕੋਈ ਨਹੀਂ ਕਰ ਰਿਹਾ। ਜਿੱਥੇ ਸੇਵਾ ਉੱਥੇ ਅਹਿਸਾਨ ਨਹੀਂ ਹੋ ਸਕਦਾ। ਜਿਹੜਾ ਬੰਦਾ ਸੇਵਾ ਕਰਦਾ ਅਹਿਸਾਨ ਜਤਾਉਂਦਾ, ਸਮਝੋ ਉਹਨੇ ਕੀਤਾ ਹੀ ਕੱਖ ਨਹੀਂ, ਸਭ ਵਿਅਰਥ ਹੈ ਉਹਦਾ। ਜਿੱਥੇ ਅਹਿਸਾਨ ਆ ਜਾਏ ਨਾ ਵੀ ਮੈਂ ਉਪਕਾਰ ਕੀਤਾ ਹੈ, ਮੈਂ ਅਹਿਸਾਨ ਕੀਤਾ ਹੈ, ਮੈਂ ਕੁਝ ਦਿੱਤਾ ਹੈ, ਬੰਦਾ ਆਪਣੇ ਆਪ ਨੂੰ ਦਾਨੀ ਸਾਬਤ ਕਰਨਾ ਸ਼ੁਰੂ ਕਰ ਦੇਵੇ, ਦਾਤਾ ਸਾਬਤ ਕਰਨਾ ਸ਼ੁਰੂ ਕਰ ਦੇਵੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸਮਝੋ ਇਹਨੇ ਕੱਖ ਨਹੀਂ ਕੀਤਾ, ਇਹ ਤਾਂ ਆਪਣੀ ਐਡਵਰਟਾਈਜ਼ਮੈਂਟ ਕਰ ਰਿਹਾ, ਆਪਣੀ ਮਸ਼ਹੂਰੀ ਕਰ ਰਿਹਾ ਵੀ ਮੈਂ ਵੱਡਾ, ਮੈਂ ਦਾਨੀ ਹਾਂ, ਮੈਂ ਕੁਝ ਦੇ ਸਕਦਾ। ਤਾਂ ਹੀ ਉਹ ਗੁਰੂ ਅਰਜਨ ਸਾਹਿਬ ਕਹਿੰਦੇ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣੇਗਾ ਵਾਰ। ਜੇ ਕੋਈ ਦਾਤਾ ਬਣ ਕੇ ਬਣਨ ਦੀ ਕੋਸ਼ਿਸ਼ ਕਰਦਾ ਹੈ, ਦਾਤਾਰ ਬਣਨ ਦੀ ਕੋਸ਼ਿਸ਼ ਵਿੱਚ ਹੈ, ਮਿਹਨਤ ਵਿੱਚ ਹੈ, ਤਿਸ ਦੇਨ ਹਾਰ ਜਾਣੇਗਾ ਵਾਰ। ਉਸ ਦਾਤਾਰ ਅਕਾਲ ਪੁਰਖ ਦੇਣਹਾਰ ਵਾਹਿਗੁਰੂ ਦੀ ਨਜ਼ਰ ਵਿੱਚ ਉਹ ਮੂਰਖ ਮੰਨਿਆ ਜਾਏਗਾ ਕਿ ਜੋ ਹੈ ਨਹੀਂ ਉਹ ਬਣਨ ਦੀ ਕੋਸ਼ਿਸ਼ ਕਰਦਾ। ਇਸ ਕਰਕੇ ਗੁਰਮਤ ਵਿੱਚ ਨਾ ਦੋ ਸੰਕਲਪ ਨੇ। ਗੁਰਮਤ ਵਿੱਚ ਹੈ ਸੇਵਾ ਦਾ ਸੰਕਲਪ। ਸੇਵਾ ਦਾ ਅਰਥ ਹੁੰਦਾ ਜਤਾਉਣਾ ਨਹੀਂ। ਆਪ ਗਵਾਈਏ ਤਾਂ ਸ਼ੋ ਪਾਈਏ ਦਾ ਰਾਹ ਹੈ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਆਪਾ ਭਾਵ ਗਵਾ ਕੇ ਸੇਵਾ ਕਰੇ, ਗੁਰੂ ਕਹਿੰਦੇ ਨੇ ਫੇਰ ਤੂੰ ਮਾਣ ਦਾ ਅਧਿਕਾਰੀ ਹੈ। ਤੇ ਦੂਸਰੀ ਗੱਲ, ਦਾਨ ਨਹੀਂ ਦਿੱਤਾ, ਵੰਡ ਕੇ ਛਕਿਆ। ਇਹ ਵੀ ਰੱਬ ਦੇ ਬੰਦੇ ਨੇ, ਭੈਣ ਭਾਈ ਨੇ, ਸਭ ਸੰਸਾਰ ਦੇ ਜੀਵ ਜੰਤ ਜਿੰਨੇ ਵੀ ਮਨੁੱਖ ਨੇ ਉਹ ਸਭ ਰੱਬ ਦੀ ਪੈਦਾਇਸ਼ ਨੇ, ਔਰ ਮੈਂ ਵੀ ਰੱਬ ਦੀ ਪੈਦਾਇਸ਼। ਇਸ ਕਰਕੇ ਮੇਰੀ ਡਿਊਟੀ ਬਣ ਗਈ। ਧਰਮੀ ਬੰਦਾ ਜਿਹੜਾ ਨਾ ਉਹ ਆਪਣੀ ਡਿਊਟੀ ਮੰਨਦਾ ਹੈ, ਦੂਸਰੇ ਦੀ ਹੈਲਪ ਕਰਨੀ, ਮਦਦ ਕਰਨੀ, ਲੋੜਵੰਦ ਦੀ ਗਰਜ਼ ਪੂਰੀ ਕਰਨੀ, ਸੇਵਾ ਕਰਨੀ, ਇਹਨੂੰ ਉਹ ਅਹਿਸਾਨ ਨਹੀਂ ਮੰਨਦਾ, ਡਿਊਟੀ ਮੰਨਦਾ। ਤਾਂ ਹੀ ਤਾਂ ਬਾਣੀ ਦੇ ਵਿੱਚ ਆਖਿਆ ਨਾ ਵੀ ਉਹ ਰੱਬ ਦੀ ਸੇਵਾ ਕਰਦੇ ਨੇ। ਉਹ ਸੰਸਾਰ 'ਚ ਜਿੰਨਾ ਵੀ ਜੀਂਦੇ ਨੇ, ਜੋ ਵੀ ਕਰਮ ਕਰਦੇ, ਨੇਕ ਅਮਲ ਕਰਦੇ ਨੇ, ਕਿਸੇ ਦੇ ਦੁੱਖ ਸੁੱਖ ਵਿੱਚ ਸਾਥੀ ਬਣਦੇ, ਉਹ ਸਭ ਸੇਵਾ ਕਰਦੇ ਨੇ, ਵਲੰਟੀਅਰ ਨੇ ਉਹ ਰੱਬ ਦੇ। ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਖਿਆ ਵੀ ਉਹ ਸੇਵਾ ਕਰਨ ਵਾਲੇ ਨੇ। ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਸੰਤੋਖੀਆਂ ਨੇ ਦਰਅਸਲ ਸੇਵਾ ਕੀਤੀ। ਭਾਵ ਇਹ ਹੈ, ਸੰਤੋਖ ਦਾ ਅਰਥ ਸਬਰ ਵਾਲਿਆਂ ਨੇ, ਜਿਨ੍ਹਾਂ ਆਪਾਂ ਨਹੀਂ ਜਤਾਇਆ, ਹਉਮੈ ਨਹੀਂ ਕੀਤੀ, ਆਪਣਾ ਆਪ ਸ਼ੋਅ ਨਹੀਂ ਕੀਤਾ, ਜਿਨ੍ਹਾਂ ਨੇ ਦੂਸਰੇ ਨੂੰ ਕੁਝ ਮਦਦ ਦੇ ਕੇ ਉਹਦੇ ਤੇ ਅਹਿਸਾਨ ਨਹੀਂ ਜਤਾਏ ਵੀ ਅਸਾਂ ਕੀਤਾ ਹੈ, ਅਸਾਂ ਕੀਤਾ ਹੈ। ਇਹਨੂੰ ਕਹਿੰਦੇ ਨੇ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਉਨੀ ਮੰਦਾ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਉਨੀ ਦੁਨੀਆ ਤੋੜੇ ਬੰਧਨਾ ਨ ਪਾਣੀ ਥੋੜਾ ਖਾਇਆ। ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੇਂ ਚੜ੍ਹੇ ਸਵਾਇਆ। ਵਡਿਆਈ ਵੱਡਾ ਪਾਇਆ। ਇਹ ਨੁਕਤਾ ਇਸ ਕਰਕੇ ਧਰਮੀ ਨੂੰ ਆਪਣੇ ਜ਼ਿਹਨ ਵਿੱਚ, ਆਪਣੀ ਮਤ ਵਿੱਚ ਰੱਖਣਾ ਚਾਹੀਦਾ ਵੀ ਦਾਤਾ ਮੈਂ ਨਹੀਂ ਹਾਂ, ਮੈਂ ਤਾਂ ਸਗੋਂ ਆਪ ਭਿਖਾਰੀ ਹਾਂ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਕਉ ਨਾਨਕ ਮਨ ਸਿਮਰਤੇ ਪੂਰਨ ਹੋਵੇਂ ਕਾਮ। ਗੁਰੂ ਮਹਾਰਾਜ ਕਹਿੰਦੇ ਨੇ ਧਰਮੀ ਬੰਦਾ ਆਪਣੀ ਸੁਰਤ ਵਿੱਚ ਇਹ ਗੱਲ ਵਸਾ ਕੇ ਰੱਖਦਾ ਹੈ, ਆਪਣੇ ਮਨ ਵਿੱਚ ਇਸ ਗੱਲ ਨੂੰ ਪੱਕਿਆਂ ਕਰਦਾ ਹੈ ਵੀ ਦਾਤਾ ਮੈਂ ਨਹੀਂ, ਦਾਤਾਰ ਇੱਕੋ ਹੀ ਏ, ਉਹ ਹੈ ਅਕਾਲ ਪੁਰਖ ਵਾਹਿਗੁਰੂ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਫਿਰ ਮੈਂ ਕੀ ਹਾਂ ਜੇ ਮੇਰੇ ਕੋਲ ਜ਼ਿਆਦਾ ਹੈ ਤਾਂ? ਮੇਰੇ ਕੋਲ ਜੋ ਕੁਝ ਹੈ ਉਹ ਅਕਾਲ ਪੁਰਖ ਦੀ ਦਾਤ ਹੈ। ਮੈਂ ਜਦੋਂ ਸੰਸਾਰ ਨਾਲ ਸਾਂਝੀ ਕਰਦਾ ਤੇ ਮੈਂ ਰੱਬ ਦੇ ਭੈ ਵਿੱਚ ਰਹਿ ਕੇ ਕਰਦਾ। ਵਾਹਿਗੁਰੂ ਤੂੰ ਮੈਨੂੰ ਬਖਸ਼ਿਆ, ਸਭ ਕੁਝ ਤੇਰਾ ਧੰਨਵਾਦ ਹੈ। ਤੇ ਦੂਸਰਾ ਤੇਰਾ ਧੰਨਵਾਦ ਵੀ ਤੂੰ ਮੇਰੇ ਕੋਲੋਂ ਇਹ ਸੇਵਾ ਲੈ ਰਿਹਾ, ਮੈਨੂੰ ਇਹ ਸੇਵਾ ਕਰਨ ਦਾ ਸੁਭਾਗ ਤੇ ਮੌਕਾ ਬਣਿਆ। ਇਸ ਕਰਕੇ ਇਹਦਾ ਵੀ ਮੈਂ ਤੇਰੇ ਸਾਹਮਣੇ ਸ਼ੁਕਰਗੁਜ਼ਾਰ ਤੇ ਧੰਨਵਾਦ ਕਰਦਾ। ਉੱਥੇ ਆਪਾਂ ਨਹੀਂ ਜਤਾਉਂਦਾ। ਇਹ ਹੈ ਧਰਮ ਦਾ ਜੀਵਨ, ਜਿਹਨੂੰ ਧਰਮ ਦਾ
ਰਾਹ ਜਿਹੜਾ ਜਿਹੜੀ ਕੁਆਲਿਟੀ ਪੈਦਾ ਕਰਦਾ ਮਨੁੱਖ ਅੰਦਰ। ਫਿਰ ਦੁਹਰਾ ਦਿਆਂ, ਧਰਮੀ ਜੀਵਨ ਵਿੱਚ ਗੁਰਬਾਣੀ ਦੇ ਅਸੂਲ ਮੁਤਾਬਕ ਦਾਤਾ ਇੱਕੋ ਹੈ, ਅਕਾਲ ਪੁਰਖ ਵਾਹਿਗੁਰੂ। ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਜੋ ਸਾਡੇ ਕੋਲ ਨੇ, ਬਹੁਤੀਆਂ ਨੇ, ਥੋੜੀਆਂ ਨੇ, ਜਿਤਨੀਆਂ ਵੀ ਨੇ, ਧਰਮੀ ਬੰਦਾ ਉਹਦਾ ਸ਼ੁਕਰਗੁਜ਼ਾਰ ਹੁੰਦਾ ਹੈ ਵੀ ਵਾਹਿਗੁਰੂ ਅਕਾਲ ਪੁਰਖ ਜੀ ਇਹ ਸਭ ਕੁਝ ਤੁਹਾਡਾ ਦਿੱਤਾ ਹੈ, ਤੁਸੀਂ ਦਾਤੇ ਹੋ। ਮੇਰੀ ਹੈਸੀਅਤ ਤੁਹਾਡੇ ਸਾਹਮਣੇ ਇੱਕ ਜਾਚਕ ਦੀ ਹੈ, ਮੈਂ ਮੰਗਦਾ, ਤੁਸੀਂ ਦਿੰਦੇ ਹੋ। ਹਾਂ, ਜਦੋਂ ਮੈਂ ਅੱਗੇ ਕੁਝ ਦਿੰਦਾ ਆਪਣੇ ਹੱਥੋਂ, ਕਿਸੇ ਦੀ ਮਦਦ ਕਰਦਾ, ਕਿਸੇ ਲੋੜਵੰਦ ਦਾ ਭਲਾ ਕਰਦਾ, ਕਿਸੇ ਦੀ ਗਰਜ ਪੂਰੀ ਕਰਦਾ, ਕਿਸੇ ਦੇ ਦੁੱਖ ਸੁੱਖ ਵਿੱਚ ਸਹਾਇਤਾ ਕਰਦਾ, ਤਾਂ ਮੈਂ ਆਪਾ ਨਹੀਂ ਜਤਾਉਂਦਾ, ਮੈਂ ਸਗੋਂ ਤੁਹਾਡੇ ਚਰਨਾਂ ਵਿੱਚ ਦੂਸਰੀ ਵਾਰ ਸ਼ੁਕਰਗੁਜ਼ਾਰ ਹੁੰਨਾ ਵੀ ਤੁਸੀਂ ਮੇਰੇ ਕੋਲੋਂ ਇਹ ਸੇਵਾ ਲਈ, ਇਹ ਵੀ ਤੁਹਾਡੀ ਕਿਰਪਾ ਹੈ। ਮੈਂ ਦੂਸਰੇ ਨੂੰ ਵੰਡ ਕੇ, ਦੂਸਰੇ ਨੂੰ ਦੇ ਕੇ ਇਹ ਸੋਚਦਾ ਵੀ ਇਹ ਮੇਰੀ ਡਿਊਟੀ ਹੈ, ਇਹ ਮੇਰਾ ਫਰਜ਼ ਹੈ। ਇਹ ਹੈ ਜਿਹੜਾ ਗੁਰਮਤਿ ਨੇ ਕਨਸੈਪਟ ਦਿੱਤਾ ਹੈ। ਦਾਤਾ ਰੱਬ ਹੈ, ਅਸੀਂ ਜਾਚਕ ਹਾਂ, ਕਿਸੇ ਨੂੰ ਦਿੰਦੇ ਹਾਂ ਤੇ ਵੰਡ ਕੇ ਛਕਦੇ ਹਾਂ, ਔਰ ਸ਼ੁਕਰ ਕਰਦੇ ਹਾਂ ਵੀ ਵਾਹਿਗੁਰੂ ਨੇ ਸੇਵਾ ਸਾਥੋਂ ਲਈ। ਔਰ ਦੂਸਰੀ ਗੱਲ ਵੀ ਇਸ ਧਰਮੀ ਬੰਦੇ ਨੇ ਇਹਨੂੰ ਆਪਣੀ ਡਿਊਟੀ ਮੰਨ ਲਿਆ ਵੀ ਇਹ ਮੇਰੇ ਹਿੱਸੇ ਆਇਆ ਹੋਇਆ ਕਰਮ, ਮੇਰੀ ਡਿਊਟੀ ਹੈ, ਮੇਰੀ ਸੇਵਾ ਹੈ ਜਿਹੜੀ ਮੈਂ ਕਰ ਰਿਹਾ। ਤੇ ਉਹ ਸੇਵਾ ਨਹੀਂ ਹੁੰਦੀ ਜਿਹਦੇ 'ਚ ਆਪਾ ਜਤਾ ਲਿਆ ਜਾਏ। ਸੇਵਾ ਉਹ ਹੈ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ। ਇੱਕ ਬੇਨਤੀ ਹੋਰ, ਜਿਵੇਂ ਬਾਣੀ 'ਚ ਕਹਿਣਾ ਮਹਾਰਾਜ ਨੇ ਅਕਿਰਤ ਘਣਾ ਨੂੰ ਪਾਲਦਾ। ਜਿਹੜੇ ਉਸ ਰੱਬ ਦੀ ਹੋਂਦ ਤੋਂ ਮੁਨਕਰ ਨੇ, ਜਿਹੜੇ ਉਸ ਰੱਬ ਨੂੰ ਯਾਦ ਨਹੀਂ ਕਰਦੇ, ਜਿਹੜੇ ਉਸ ਰੱਬ ਦਾ ਭੈ ਨਹੀਂ ਮੰਨਦੇ, ਉਹਨਾਂ ਨੂੰ ਵੀ ਕੁਦਰਤ ਉਵੇਂ ਹੀ ਪਾਲ ਰਹੀ ਹੈ ਜਿਵੇਂ ਬਾਕੀਆਂ ਨੂੰ। ਇਹ ਹੈ ਰੱਬ ਦਾ ਪ੍ਰੇਮ ਤੇ ਦਇਆ ਦਾ ਸੁਭਾਅ ਵੀ ਕੋਈ ਉਹਦੇ ਗੁਣ ਨਾ ਚਤਾਰੇ ਤਾਂ ਵੀ ਉਹ ਸਭਨਾਂ ਦੀ ਪਾਲਣਾ ਕਰਦਾ ਹੈ। ਗੁਰਬਾਣੀ ਨੇ ਅਕਾਲ ਪੁਰਖ ਦੇ ਇਸ ਗੁਣ ਦੀ ਬੜੀ ਵਡਿਆਈ ਕੀਤੀ ਹੈ। ਇਹ ਵਾਹਿਗੁਰੂ ਤੇਰੇ 'ਚ ਬੜਾ ਵੱਡਾ ਗੁਣ ਹੈ, ਤੇਰੇ ਅੰਦਰ ਵੈਰ ਹੀ ਕੋਈ ਨਹੀਂ, ਕੁੜੱਤਣ ਹੀ ਕੋਈ ਨਹੀਂ, ਤੂੰ ਮਿਠਾਸ ਦਾ, ਤਰਸ ਦਾ, ਦਇਆ ਦਾ ਸੋਮਾ ਹੈ, ਭੰਡਾਰ ਹੈ। ਜਿਹੜੇ ਤੈਨੂੰ ਯਾਦ ਨਹੀਂ ਨਾ ਕਰਦੇ ਉਹਨਾਂ ਨੂੰ ਵੀ ਤੂੰ ਪਾਲਦਾ ਹੈ। ਅਣਮੰਗਿਆਂ ਦਾਨ ਦੇਵਦਾ ਸਭਨਾ ਜੀਆਂ, ਬਿਨਾਂ ਮੰਗਿਆਂ ਦਿੰਦਾ ਕਿ ਤੂੰ ਇਹ ਨਹੀਂ ਸੋਚਦਾ ਵੀ ਮੇਰੇ ਅੱਗੇ ਕੋਈ ਹੱਥ ਅੱਡੇ ਤੇ ਮੈਂ ਫੇਰ ਹੀ ਉਹਦੀ ਗਰਜ਼ ਪੂਰੀ ਕਰਾਂ। ਤੂੰ ਦੇ ਰਿਹਾ, ਬਿਨਾਂ ਮੰਗੇ ਹੀ ਦੇ ਰਿਹਾ। ਇੱਕ ਤਾਂ ਤੇਰਾ ਇਹ ਗੁਣ ਹੈ ਵੀ ਤੂੰ ਬਿਨਾਂ ਮੰਗੇ ਦਿੰਦਾ ਹੈ, ਤੇ ਦੂਸਰੀ ਤੇਰੀ ਇਹ ਖੂਬੀ ਹੈ ਵੀ ਜਿਹੜੇ ਤੈਨੂੰ ਯਾਦ ਨਹੀਂ ਕਰਦੇ, ਤੇਰੇ ਉਪਕਾਰ ਚੇਤੇ ਨਹੀਂ ਰੱਖਦੇ, ਤੇਰਾ ਕੀਤਾ ਹੋਇਆ ਗੁਣ ਚੇਤੇ ਨਹੀਂ ਰੱਖਦੇ, ਉਹਨਾਂ ਦੀ ਵੀ ਪਾਲਣਾ ਤੂੰ ਬਰਾਬਰ ਕਰਦਾ। ਇਹ ਵੀ ਰੱਬ ਦੇ ਦੋ ਗੁਣ ਬਿਆਨ ਕੀਤੇ ਗੁਰਬਾਣੀ ਨੇ ਹੋਰਨਾਂ ਗੁਣਾਂ ਦੀ ਤਰ੍ਹਾਂ। ਤੇ ਇਹ ਸਮਝਾਏ ਕਿਹਨੂੰ ਨੇ? ਧਰਮੀ ਨੂੰ। ਵੀ ਧਰਮੀ ਦੇ ਸੁਭਾਅ ਦੇ ਅੰਦਰ ਵੀ ਇਹ ਗੱਲ ਹੈ ਵੀ ਉਹ ਇੱਕ ਤਾਂ ਉਡੀਕ ਨਹੀਂ ਕਰਦਾ ਕਿਸੇ ਦੀ ਮਦਦ ਕਰਨ ਲੱਗਿਆ ਵੀ ਕੋਈ ਮੇਰੇ ਅੱਗੇ ਗਿੜਗਿੜਾਏ, ਹੱਥ ਅੱਡੇ, ਮੈਨੂੰ ਆ ਕੇ ਬੇਨਤੀ ਕਰੇ ਤਾਂ ਕਿ ਮੇਰੀ ਹਉਮੈ ਵਧੇ ਵੀ ਮੈਂ ਬਹੁਤ ਵੱਡੀ ਚੀਜ਼ ਆ, ਵੇਖੋ ਮੇਰੇ ਅੱਗੇ ਆ ਕੇ ਹੱਥ। ਉਹ ਆਪ ਹੀ ਵੇਖਦਾ ਜਿੱਥੇ ਜ਼ਰੂਰਤ ਹੈ, ਲੋੜਵੰਦ ਦੀ ਸੇਵਾ ਕਰਦਾ। ਉਹਦੇ 'ਚ ਵੀ ਸੁਭਾਅ ਨਹੀਂ ਵੀ ਕੋਈ ਮੇਰੇ ਸਾਹਮਣੇ ਨੀਵਾਂ ਹੋ ਕੇ ਮੰਗੇ। ਤੇ ਦੂਸਰਾ ਸੁਭਾਅ ਉਹਦੇ 'ਚ ਰੱਬ ਵਾਲਾ। ਇਹ ਸੁਭਾਅ ਉਸ ਧਰਮੀ ਦੇ ਅੰਦਰ ਵੀ ਆ ਗਿਆ ਜਿਹਨੇ ਰੱਬ ਦੇ ਗੁਣ ਹੰਢਾਏ, ਜੀਵੇ ਆਪਣੇ ਜੀਵਨ ਅੰਦਰ। ਉਹ ਵੀ ਬਿਨਾਂ ਭੇਦ ਭਾਵ ਤੋਂ ਜਿਹਦਾ ਵੀ ਜਿੱਥੇ ਵੀ ਲੋੜ ਉੱਥੇ ਭਲਾ ਕਰ ਰਿਹਾ। ਉਹ ਇਹ ਨਹੀਂ ਚਿਤਾਰਦਾ ਵੀ ਇਹ ਬੰਦਾ ਕੌਣ ਹੈ, ਮੇਰਾ ਵੈਰੀ ਹੈ ਕਿ ਮੇਰਾ ਮਿੱਤਰ। ਉਹ ਸਭਨਾਂ ਦੀ। ਭਾਈ ਕਨ੍ਹਈਆ ਜੀ ਦੀ ਉਦਾਹਰਣ ਹੈ ਨਾ, ਇੱਕ ਸਿੰਬਲ ਹੈ ਸਾਡੇ ਕੋਲ ਵੀ ਜੇ ਸੇਵਾ ਹੋ ਰਹੀ ਜਲ ਸ਼ਿਕਾਰ ਹੈ ਤੇ ਸਾਰਿਆਂ ਨੂੰ ਸ਼ਿਕਾਰ। ਇਹ ਨਹੀਂ ਵੀ ਜਿਹੜਾ ਆਪਣਾ ਉਹਦਾ ਤਰਲਾ ਕੋਈ ਜ਼ਿਆਦਾ ਮਾਇਨੇ ਰੱਖਦਾ ਹੈ ਤੇ ਜਿਹੜਾ ਦੂਸਰਾ ਹੈ ਉਹਦਾ ਤਰਲਾ ਕੋਈ ਅਰਥ ਨਹੀਂ ਰੱਖਦਾ। ਉਹਦੀ ਪਿਆਸ ਵੀ ਪਿਆਸ ਹੈ, ਆਪਣੀ ਦੀ ਪਿਆਸ ਵੀ ਪਿਆਸ ਹੈ। ਇਸ ਕਰਕੇ ਜਲ ਜਦੋਂ ਛਕਾਇਆ ਜਾ ਰਿਹਾ ਸਭਨਾਂ ਨੂੰ ਹੀ ਇੱਕੋ ਜਿਹਾ। ਇਹ ਇੱਕ ਖੂਬੀ ਹੈ ਜਿਹਦਾ ਅਸੀਂ ਵਰਣਨ ਬਾਰ-ਬਾਰ ਜਦੋਂ ਕਰਦੇ ਹਾਂ ਨਾ, ਇਹ ਹੈ ਰੱਬ ਵਾਲਾ ਸੁਭਾਅ ਬੰਦੇ ਦੇ ਅੰਦਰ ਹੈ। ਕੋਈ ਵੈਰੀ ਨਹੀਂ, ਕੋਈ ਬੇਗਾਨਾ। ਜਦੋਂ ਸੇਵਾ ਕਰਨ ਤੁਰ ਪਏ ਫਿਰ ਸਭ ਇੱਕੋ ਜਿਹੇ ਨੇ। ਦੁੱਖ ਸਾਰਿਆਂ ਦਾ ਇੱਕੋ ਜਿਹਾ, ਲੋੜ ਸਾਰਿਆਂ ਦੀ ਇੱਕੋ ਜਿਹੀ ਹੈ, ਤਰਸ ਸਭਨਾਂ ਤੇ ਇੱਕੋ ਜਿਹਾ, ਦਇਆ ਸਭਨਾਂ ਤੇ ਇੱਕੋ ਜਿਹੀ, ਪਿਆਰ ਸਭਨਾਂ ਤੇ ਇੱਕੋ ਜਿਹਾ। ਇਸ ਕਰਕੇ ਕਾਣੀ ਵੰਡ ਨਹੀਂ ਹੋਈ, ਜਿਹਨੂੰ ਅਸੀਂ ਕਹਿੰਦੇ ਨਾ ਭੇਦ ਭਾਵ। ਕਿਸੇ ਨਾਲ ਕੁਝ ਵਰਤਾਓ, ਕਿਸੇ ਨਾਲ ਕੁਝ, ਇਹਨੂੰ ਕਹਿੰਦੇ ਭੇਦ ਭਾਵ ਕਰਨਾ, ਭੇਦ ਰੱਖਣਾ, ਫਰਕ ਰੱਖਣਾ। ਭੇਦ ਵਾਲਾ ਭਾਵ, ਫਰਕ ਵਾਲਾ ਸੁਭਾਅ ਨਹੀਂ ਜਿਨ੍ਹਾਂ ਦੇ ਅੰਦਰ। ਇਹ ਰੱਬ ਦੇ ਦੋ ਗੁਣ ਨੇ, ਬਿਨਾਂ ਮੰਗੇ ਤੋਂ ਦੇਣਾ ਤੇ ਸਭਨਾਂ ਨੂੰ ਇੱਕ ਸਾਰ ਦੇਣਾ। ਭਾਵ ਕਿਸੇ ਵਿਅਕਤੀ ਦੇ ਇਸ ਔਗਣ ਨੂੰ ਨਹੀਂ ਅੱਗੇ ਰੱਖਣਾ ਵੰਡਣ ਲੱਗਿਆ ਵੀ ਅਕਾਲ ਉਹ ਮੇਰਾ ਨਾਮ ਜਪਦਾ ਕਿ ਨਹੀਂ, ਮੇਰਾ ਕਿਰਤੱਗ ਕਿ ਨਹੀਂ, ਮੇਰੇ ਉਪਕਾਰ ਨੂੰ ਜਾਣਦਾ ਹੈ ਕਿ ਨਹੀਂ। ਬਸ ਸੁਭਾਅ ਹੈ, ਵੰਡਿਆ ਜਾ ਰਿਹਾ, ਦੇ ਰਹੇ ਹੋ। ਇਹ ਇਸ ਕਰਕੇ ਬਾਣੀ 'ਚ ਕਹੇ ਗਏ ਨੇ ਵੀ ਬਾਣੀ ਦੇ ਵਿੱਚ
ਇਹ ਰੱਬ ਦੇ ਇਹਨਾਂ ਗੁਣਾਂ ਨੂੰ ਜਪਣਾ ਹੈ, ਦ੍ਰਿੜ ਕਰਨਾ ਹੈ ਆਪਣੇ ਜੀਵਨ, ਔਰ ਧਰਮੀ ਦੇ ਅੰਦਰ ਵੀ ਇਹ ਸੁਭਾਅ ਆ ਜਾਏ। ਕਿੰਨੀਆਂ ਗੱਲਾਂ ਜਿਹੜੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇੱਕ ਧਰਮੀ ਜੀਵਨ ਵਾਸਤੇ ਕਹੀਆਂ ਗਈਆਂ ਵੀ ਧਰਮੀ ਜੀਵਨ ਉਹ ਹੈ ਜਿਹਦੇ 'ਚ ਆ ਸੁਭਾਅ ਹੈ। ਇਸ ਕਰਕੇ ਦਾਤਾਰ ਆਪਣੀ ਮੁਬਾਰਕ ਬਾਣੀ ਦੇ ਵਿੱਚ ਸ਼ਬਦ ਵਰਤਦੇ ਨੇ ਵੀ ਦਾਤਾ ਸਾਰਿਆਂ ਦਾ ਸ਼੍ਰੋਮਣੀ ਦਾਤਾ ਤੂੰ ਹੈ। ਪ੍ਰਭ ਦਾਤਾਓ ਦਾਤਾਰ ਤੇ ਮੈਂ ਹਾਂ ਜਾਚਕ। ਜਾਚਕ ਦਾ ਅਰਥ ਹੁੰਦਾ ਹੈ ਮੰਗਤਾ। ਇਹ ਹੁਣ ਗੁਰੂ ਅਰਜਨ ਸਾਹਿਬ ਦੀ ਨਾ ਨਿਮਰਤਾ ਵਾਲੇ ਸੁਭਾਅ ਦੀ ਬਾਤ ਹੈ ਵੀ ਉਹ ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਆਪਣੇ ਆਪ ਨੂੰ ਜਾਚਕ ਕਹਿੰਦੇ ਨੇ। ਇਹ ਮਹਾਰਾਜ ਦਾ ਆਪਣਾ ਇੱਕ ਨਿਮਰ ਸੁਭਾਅ ਦਾ ਪ੍ਰਤੀਕ ਹੈ ਵੀ ਉਹ ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਅਰਦਾਸ ਕਰਦੇ ਆਪਣੇ ਆਪ ਨੂੰ ਇਹ ਆਖਦੇ ਨੇ, ਅਕਾਲ ਪੁਰਖ ਵਾਹਿਗੁਰੂ ਤੂੰ ਦਾਤਾ ਹੈ, ਮੈਂ ਤੇਰੇ ਸਨਮੁਖ ਭਿਖਾਰੀ ਹਾਂ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਤੇ ਮੰਗਦਾ ਮੈਂ ਕੀ ਹਾਂ, ਹੋ ਦਇਆਲ ਨਾਮ ਦਿਓ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਹੂੰ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟੋਂ, ਕਰਨ ਕਾਰਨ ਸਭਨਾ ਕਾ ਏਕੋ ਅਵਰ ਨਾ ਦੂਜਾ ਕੋਈ। ਮੰਗਿਆ ਕੀ ਜਾਂਦਾ ਹੈ, ਜਾਚਕ ਮੰਗੈ ਦਾਨ ਦੇ ਪਿਆਰਿਆ, ਦੇਵਨਹਾਰ ਦਾਤਾਰ ਮੈਂ ਨਿਤ ਚਿਤਾਰਿਆ। ਨਿਖੁੱਟ ਨਾ ਜਾਈ ਮੂਲ ਅਤੋਲ ਭੰਡਾਰਿਆ, ਨਾਨਕ ਸ਼ਬਦ ਅਪਾਰ ਤਿਨ ਸਭ ਕਿਛ ਸਾਰਿਆ। ਮੰਗਿਆ ਕੀ ਜਾ ਰਿਹਾ, ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ। ਆਤਮਿਕ ਜੀਵਨ ਦੀ ਦਾਤ ਤੁਹਾਡੇ ਕੋਲੋਂ ਮੰਗਦਾ, ਮੰਗੋ ਰਾਮ ਤੇ ਸਭ ਥੋਕ। ਇਸ ਕਰਕੇ ਦਾਤਾਰ ਜੀ ਬਾਣੀ ਚ ਆਖਦੇ, ਮੈਂ ਤਾਂ ਤੇਰੇ ਦਰ ਦਾ ਜਾਚਕ ਹਾਂ। ਜਾਚਕ ਹੋਣ ਦਾ ਅਰਥ ਹੈ ਨਿਮਰ ਰਹਿਣਾ, ਆਪਣੇ ਆਪ ਨੂੰ ਧੀਰਜ ਵਿੱਚ ਰੱਖਣਾ। ਤੁਸੀਂ ਕਦੇ ਮੰਗਣ ਵਾਲੇ ਨੂੰ ਅਗਰ ਉਹ ਕਾਹਲਾ ਪਏ, ਅਗਲੇ ਦੇ ਗਲ ਪੈਣ ਤੱਕ ਜਾਏ, ਤੇ ਲੋਕ ਆਖਦੇ ਨੇ ਤੇਰੇ ਤਾਂ ਆਕੜੀ ਬੜੀ, ਅਸੀਂ ਤੈਨੂੰ ਕੁਝ ਕਿਉਂ ਦਈਏ। ਅਸੀਂ ਜਦੋਂ ਆਪਣੇ ਹੱਥੋਂ ਕੁਝ ਦਿੰਦੇ ਆ ਨਾ ਤਾਂ ਤਰਸ ਕਰਕੇ, ਦਇਆ ਕਰਕੇ। ਤੇ ਤਰਸ ਦਇਆ ਸਾਨੂੰ ਤਾਂ ਹੀ ਆਉਂਦੀ ਜਦੋਂ ਅਸੀਂ ਉਹਦੀ ਹਾਲਤ ਵੱਲ ਵੇਖਦੇ ਹਾਂ। ਉਹਦੀ ਹਾਲਤ ਵੇਖੀ, ਉਹਦੀ ਬੇਨਤੀ, ਉਹਦੀ ਰਿਕੁਐਸਟ ਜੋ ਉਹਨੇ ਸਾਨੂੰ ਬੇਨਤੀ ਕੀਤੀ ਵੀ ਮੈਂ ਤਾਂ ਭੁੱਖਾ, ਮੈਨੂੰ ਤਾਂ ਕਮੀ ਹੈ, ਬੜੀ ਲੋੜ ਹੈ। ਅਸੀਂ ਜਦੋਂ ਉਹਦੀ ਗੱਲ ਸੁਣਦੇ ਹਾਂ ਸਾਡੇ ਅੰਦਰ ਇੱਕ ਦਇਆ ਆਉਂਦੀ, ਤਰਸ ਆਉਂਦਾ ਸਾਡੇ ਅੰਦਰ ਵੀ ਇਹਦਾ ਕੁਝ ਕਰਨਾ ਚਾਹੀਦਾ ਹੈ। ਤਾਂ ਅਸੀਂ ਜਿੰਨਾ ਵੀ ਹੋ ਸਕੇ ਆਪਣੇ ਵੱਲੋਂ, ਬੰਦਾ ਜੇਬ ਚੋਂ ਕੁਝ ਨਾ ਕੁਝ ਕੱਢ ਕੇ ਉਸ ਆਦਮੀ ਦੀ ਹਥੇਲੀ ਤੇ ਰੱਖਦਾ ਵੀ ਲੈ ਮੈਂ ਤਾਂ ਇੰਨੀ ਕੁ ਤੇਰੀ ਮਦਦ ਹੈਲਪ ਕਰ ਸਕਦਾ। ਹੁਣ ਉਹਦੇ ਉੱਤੇ, ਹੁਣ ਜੇ ਉਹ ਆਕੜ ਨਾਲ ਮੰਗੇ ਤਾਂ ਕੋਈ ਦੇਏਗਾ ਉਹਨੂੰ? ਜੇ ਉਹ ਆਕੜ ਨਾਲ ਮੰਗੇ ਵੀ ਮੈਨੂੰ ਇੰਨੀ ਚੀਜ਼ ਆ ਦੇ ਦਿਓ, ਕੋਈ ਨਹੀਂ ਦੇਏਗਾ। ਉਹਦੇ ਉੱਤੇ ਤਰਸ ਆਉਂਦਾ, ਦਇਆ ਆਉਂਦੀ ਹੈ। ਤੇ ਤਰਸ ਦਇਆ ਤਾਂ ਆਉਂਦੀ ਕਿਉਂਕਿ ਉਹਦੇ ਮੰਗਣ ਚ ਹਲੇਮੀ ਇੰਨੀ ਹੈ, ਮਿਠਾਸ ਇੰਨੀ ਹੈ, ਨਿਮਰਤਾ ਇੰਨੀ ਹੈ। ਉਹ ਜਦੋਂ ਮੰਗਦਾ ਤਾਂ ਉਹਦੇ ਮੰਗਣ ਦੀ ਕਲਾ ਦੇ ਸਾਹਮਣੇ ਸਾਡੀ ਈਗੋ ਢਹਿ ਢੇਰੀ ਹੋ ਜਾਂਦੀ ਹੈ, ਸਾਡੇ ਅੰਦਰ ਦੀ ਦਇਆ ਜਾਗਦੀ ਹੈ। ਤਾਂ ਅਸੀਂ ਉਹਦੇ ਅੱਗੇ ਕੁਝ ਨਾ ਕੁਝ, ਦੋ ਵੀ ਸਾਡੇ ਕੋਲੋਂ ਸਰ ਬਣ ਆਉਂਦਾ ਮਨੁੱਖ, ਉਹਦੀ ਮਦਦ ਕਰਦਾ ਹੈ। ਪਰ ਗੌਰ ਕਰਨਾ, ਮਹਾਰਾਜ ਕਹਿੰਦੇ ਨੇ ਮੰਗ ਰਹੇ ਤੂੰ ਨਾਮ, ਮੰਗ ਰਹੇ ਅਕਾਲ ਪੁਰਖ ਵਾਹਿਗੁਰੂ ਕੋਲੋਂ ਆਤਮਿਕ ਜੀਵਨ। ਪਰ ਬੰਦਿਆ ਤੈਨੂੰ ਤਾਂ ਮੰਗਣ ਦੀ ਕਲਾ ਵੀ ਨਹੀਂ ਆਉਂਦੀ, ਤੂੰ ਮੰਗਦਾ ਨਹੀਂ, ਤੂੰ ਤੇ ਸੌਦਾ ਕਰਦਾ ਹੈ। ਅੱਜ ਬਹੁਤੇ ਅਸੀਂ ਸੌਦਾ ਕਰਦੇ ਹਾਂ ਨਾ, ਜੇ ਸਤਿਗੁਰੂ ਜੀ ਆਹ ਹੋ ਜਾਏ ਤੇ ਅਸੀਂ ਆਹ ਕਰ ਦਿਆਂਗੇ, ਆਹ ਹੋਏ ਤਾਂ ਇਹ ਸੌਦਾ ਹੈ, ਵਪਾਰ ਏ। ਜੇ ਤੁਸੀਂ ਸੌਦਾ ਹੀ ਕਰਨ ਤੁਰੇ ਹੋ ਤੇ ਫਿਰ ਤਾਂ ਇੱਕ ਮਤਲਬ ਨਾ, ਇਹ ਤਾਂ ਡੀਲ ਹੋ ਗਈ ਨਾ ਵੀ ਤੁਸੀਂ ਜੇ ਮੇਰਾ ਆਹ ਕੰਮ ਕਰਦੇ ਹੋ ਤਾਂ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦਾ, ਮੈਂ ਅਖੰਡ ਪਾਠ। ਇਹ ਅਰਦਾਸ ਨਹੀਂ ਹੈ, ਖਿਮਾ ਕਰਨਾ, ਡੀਲ ਹੈ। ਭਾਵੇਂ ਗੁਰੂ ਤੇ ਪਰਮੇਸ਼ਰ ਨਾਲ ਡੀਲ ਨਹੀਂ ਹੋ ਸਕਦੀ, ਪਰ ਅਸੀਂ ਤੇ ਕਰਦੇ ਨਾ, ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ। ਮਿਲ ਤਾਂ ਸੁਭਾਵਕ ਹੀ ਰਿਹਾ ਅਕਾਲ ਪੁਰਖ ਵਾਹਿਗੁਰੂ ਵੱਲੋਂ ਜੋ ਵੀ ਮਿਲ ਰਿਹਾ, ਪਰ ਸਾਨੂੰ ਲੱਗਦਾ ਹੈ ਅਸੀਂ ਡੀਲ ਕੀਤੀ ਹੈ ਤਾਂ ਮਿਲਿਆ। ਉਹਨੂੰ ਡੀਲ ਦਾ ਨਾਂ ਅਸੀਂ ਸੁਖਣਾ ਰੱਖਿਆ ਵੀ ਸੁਖਣਾ ਸੁਖੀ ਜਾਰੀ। ਇਹ ਬੇਨਤੀ ਕਰਦੇ ਹਾਂ, ਗੁਰਮਤਿ ਵਿੱਚ ਅਰਦਾਸ ਦਾ ਵਿਧਾਨ ਹੈ, ਸੁਖਣਾ ਦਾ ਕੋਈ ਵਿਧਾਨ ਨਹੀਂ ਹੈ। ਸੁਖਣਾ ਦਾ ਕੋਈ ਵਿਧਾਨ ਨਹੀਂ, ਅਰਦਾਸ ਦਾ ਵਿਧਾਨ ਹੈ। ਬੇਨਤੀ ਕਰਨੀ, ਅਰਦਾਸ ਕਰਨੀ, ਅਰਜ਼ ਕਰਨੀ, ਸਵਾਲੀ ਹੋ ਕੇ ਮੰਗਣਾ, ਇਹ ਤੇ ਵਿਧਾਨ ਮੰਨਿਆ ਜਾਂਦਾ ਹੈ। ਪਰ ਉਹਦੇ ਨਾਲ ਡੀਲ ਕਾਦੀ ਹੈ ਵੀ ਉਹਦੇ ਨਾਲ ਸੌਦਾ ਕਰਨਾ ਵੀ ਇਹ ਅਕਾਲ ਪੁਰਖ ਵਾਹਿਗੁਰੂ ਜੇ ਤੂੰ ਐਵੇਂ ਕਰੇ ਮੈਂ, ਇਹ ਵਿਧਾਨ ਨਹੀਂ ਹੈ ਆਤਮਿਕ ਜੀਵਨ ਅੰਦਰ। ਇਹ ਸੰਸਾਰਕ ਸੌਦੇਬਾਜ਼ੀ ਅਸੀਂ ਕਰਦੇ ਹਾਂ, ਸਾਡੀ ਮਤ ਉਨੀ ਕੇ। ਪਰ ਗੁਰੂ ਨੇ ਕਿਹਾ ਵੀ ਇਸ ਪੱਖੋਂ ਸੁਚੇਤ ਰਹਿਣਾ ਤੂੰ। ਪੰਥਕ ਸਿੱਖ ਰਹਿਤ ਮਰਿਆਦਾ ਚ ਇਸੇ ਕਰਕੇ ਇਹ ਸ਼ਬਦ ਵਰਤਿਆ ਵੀ ਸੁਖਣਾ ਜਿਹੜੀ ਹੈ ਗੁਰਮਤ ਦੀ ਰਹਿਣੀ ਦੇ ਵਿੱਚ ਪ੍ਰਵਾਨ ਹੀ ਨਹੀਂ। ਅਰਦਾਸ ਦਾ ਵਿਧਾਨ ਹੈ, ਉੱਥੇ ਵੀ ਲਿਖਿਆ ਵੀ ਅਰਦਾਸ ਕਰੋ,
ਸੁਖਣਾ ਡੀਲ ਨਾ ਕਰੋ। ਹਾਂ, ਜੋ ਤੁਸੀਂ ਸੇਵਾ ਕਰਨੀ ਹੈ ਉਹ ਤਾਂ ਤੁਸੀਂ ਕਰਨੀ ਹੈ, ਉਹ ਤਾਂ ਤੁਹਾਡਾ ਨੇਮ ਹੈ, ਇੱਕ ਧਰਮੀ ਜੀਵਨ ਦਾ ਨੇਮ। ਗੁਰੂ ਨੂੰ ਮੰਨਦੇ ਆ, ਤੁਸੀਂ ਕਿਸੇ ਦਾ ਭਲਾ ਕਰਨਾ ਹੈ, ਤੁਸੀਂ ਸੰਗਤ ਦੀ ਸੇਵਾ ਕਰਨੀ ਹੈ, ਤੁਸੀਂ ਬਾਣੀ ਵੀ ਪੜ੍ਹਨੀ, ਉਹ ਤਾਂ ਤੁਹਾਡੀ ਰੋਜ਼ਾਨਾ ਤਰਜ਼ੇ ਜ਼ਿੰਦਗੀ ਹੈ, ਜ਼ਿੰਦਗੀ ਜਿਉਣ ਦਾ ਚਲਨ ਹੈ। ਉਹਨੂੰ ਤੁਸੀਂ ਡੀਲ ਨਾ ਬਣਾਓ। ਤੁਸੀਂ ਡੀਲ ਬਣਾਓਗੇ ਤਾਂ ਅਰਦਾਸ ਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ। ਇਹ ਫਰਕ ਸਮਝਣੇ ਨੇ ਅਸੀਂ ਗੁਰਬਾਣੀ ਦੇ ਮੁਤਾਬਕ। ਔਰ ਹੈਰਾਨੀ ਤੇ ਤਦੋਂ ਹੁੰਦੀ ਏ ਜਦੋਂ ਕਹਿੰਦੇ ਕਹਾਉਂਦੇ ਧਾਰਮਿਕ ਆਗੂ ਡੀਲ ਆਪ ਵਿੱਚ ਵਿਚੋਲੇ ਦਲਾਲ ਬਣ ਕੇ ਕਰਵਾਉਂਦੇ ਨੇ, ਉਦੋਂ ਮੁਸ਼ਕਲ ਖੜੀ ਹੁੰਦੀ ਏ। ਉਹ ਕਹਿੰਦੇ ਨੇ ਜੇ ਹੁਣ ਇਹੀ ਤੇ ਮੁਸ਼ਕਲ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਹੀ ਉਹ ਆਖਦੇ ਨੇ ਨਾ, ਕੋਟ ਮੱਧੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਵਿਹਾਰ ਚੱਲ ਰਿਹਾ ਇੱਕ। ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਜਾਚਕ ਹਾਂ, ਤੇਰੇ ਨਾਲ ਕਾਹਦੀ ਡੀਲ? ਮੈਂ ਤਾਂ ਮੰਗ ਰਿਹਾ, ਝੋਲੀ ਅੱਡੀ ਖੜਾ ਤੇਰੇ ਦਰਬਾਰ ਅੱਗੇ। ਮੈਂ ਤਾਂ ਚਾਹੁੰਦਾ, ਮੈਂ ਤਾਂ ਤੇਰੇ ਕੋਲੋਂ ਖੈਰ ਚਾਹੁੰਦਾ। ਬੜਾ ਪਿਆਰਾ ਸ਼ਬਦ ਵਰਤਿਆ ਸ਼ੇਖ ਫਰੀਦ ਸਾਹਿਬ ਨੇ, ਬੜਾ ਮਿੱਠਾ ਹੈ। ਉਹ ਕਹਿੰਦੇ ਨੇ ਤੇਰੀ ਪਨਾਹ ਖੁਦਾਏ। ਪਨਾਹ ਹੁੰਦੀ ਏ ਸ਼ਰਨ ਵਿੱਚ, ਪਨਾਹ ਵਿੱਚ ਆ ਜਾਣਾ, ਸ਼ਰਨ ਵਿੱਚ ਆ ਜਾਣਾ, ਵੀ ਮੈਂ ਕੇਵਲ ਤੇਰੇ ਵਸ ਵਿੱਚ ਹਾਂ, ਤੇਰੀ ਪਨਾਹ ਚ ਆ ਗਿਆ, ਤੇਰੀ ਸ਼ਰਨ ਵਿੱਚ ਆ ਗਿਆ। ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਤੂੰ ਬਖਸ਼ਿਸ਼ ਕਰਨ ਵਾਲਾ। ਸ਼ੇਖ ਫਰੀਦ ਹੈ ਖੈਰ ਦੀਜੈ ਬੰਦਗੀ। ਮੈਂ ਤੈਨੂੰ ਇਵਜ਼ ਵਿੱਚ ਕੀ ਦੇ ਸਕਣਾ? ਮੈਂ ਤਾਂ ਇੰਨਾ ਹੀ ਹੈ ਵੀ ਆਹ ਜੋ ਕੁਝ ਇਹ ਤੇਰਾ ਹੀ ਹੈ, ਤੇ ਤੇਰੇ ਕੋਲੋਂ ਖੈਰ ਮੰਗਦਾ, ਖੈਰੀਅਤ ਮੰਗਦਾ। ਤੇਰੇ ਕੋਲੋਂ ਮੈਂ ਸਵਾਲੀ ਬਣ ਕੇ ਮੰਗਣ ਆਇਆ ਤੇ ਮੰਗ ਰਿਹਾ ਬੰਦਗੀ ਦੀ ਖੈਰ ਮੇਰੀ ਝੋਲੀ ਵਿੱਚ ਪਾ। ਇਹ ਦਾਤ ਮੈਨੂੰ ਦੇ, ਇਹਦੀ ਮੈਨੂੰ ਬੜੀ ਜ਼ਰੂਰਤ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜਦੋਂ ਮੁਬਾਰਕ ਬਾਣੀ ਵਿੱਚ ਇੰਨੇ ਮਿੱਠੇ ਪਿਆਰੇ ਸ਼ਬਦਾਂ ਨਾਲ ਆਪਣੇ ਆਪ ਨੂੰ ਤਾਂ ਖੈਰ ਮੰਗਣ ਵਾਲਾ, ਸਵਾਲੀ, ਭੀਖਕ, ਭਿਖਾਰੀ, ਜਾਚਕ, ਇਹ ਸ਼ਬਦਾਂ ਨਾਲ ਸੰਬੋਧਨ ਕਰਦੇ ਨੇ ਨਾ, ਤੇ ਇਹ ਸਤਿਗੁਰੂ ਦੀ ਧੁਰ ਆਤਮਾ ਚੋਂ ਇਹ ਮਿੱਠੇ ਪਿਆਰੇ ਸ਼ਬਦ ਪ੍ਰਗਟ ਹੁੰਦੇ ਨੇ। ਤੇ ਸਿੱਖ ਨੇ ਇਹਨਾਂ ਨੂੰ ਪੜ੍ਹ ਕੇ ਆਪਣੇ ਅੰਦਰ ਇਹਨਾਂ ਸ਼ਬਦਾਂ ਦੇ ਅਸਰ ਨੂੰ ਬਿਠਾਉਣ ਦੀ ਕੋਸ਼ਿਸ਼ ਕਰਨੀ ਹੈ। ਅਗਲੀ ਤੀਸਰੀ ਗੱਲ ਜੋ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਕਹਿੰਦੇ ਜਾਚਕ ਜ਼ਰੂਰ ਹਾਂ, ਮੰਗਤਾ ਜ਼ਰੂਰ ਹਾਂ, ਤੇ ਤੇਰੀ ਦਇਆ ਤੇ ਤੇਰੇ ਤਰਸ ਦਾ ਪਾਤਰ ਬਣ ਰਿਹਾ, ਪਰ ਹੇ ਅਕਾਲ ਪੁਰਖ ਜੀਓ, ਇੱਕ ਕੁਆਲਿਟੀ ਮੇਰੀ ਵੀ ਹੈ। ਜੇ ਤੇਰੀ ਕੁਆਲਿਟੀ ਹੈ ਨਾ ਵੀ ਤੂੰ ਦਾਤਾ ਨੇ, ਤੇ ਮੇਰੀ ਕੁਆਲਿਟੀ ਹੈ ਵੀ ਮੈਂ ਮੰਗਤਾ ਵੀ ਪਰਫੈਕਟ ਹਾਂ। ਕਿਸੇ ਦੂਜੇ ਦਰਵਾਜ਼ੇ ਤੇ ਆਪਾਂ ਵੀ ਪੈਰ ਨਹੀਂ ਪਾਇਆ, ਐਵੇਂ ਦਰ ਉੱਤੇ ਜਾ ਕੇ ਹੱਥ ਮੈਂ ਵੀ ਨਹੀਂ ਅੱਡੇ। ਜੇ ਤੂੰ ਇੱਕੋ ਇੱਕ ਦਾਤਾ ਹੈ ਨਾ, ਤੇ ਦੁਬਦਾ ਮੇਰੇ ਅੰਦਰ ਵੀ ਕੋਈ ਨਹੀਂ। ਮੈਂ ਵੀ ਮੰਗਿਆ ਤੇ ਕੇਵਲ ਤੇਰੇ ਦਰ ਤੇ ਆ ਕੇ ਮੰਗਿਆ, ਥਾਂ ਥਾਂ ਤੇ ਭਟਕਣ ਦਾ ਸੁਭਾਅ ਮੇਰਾ ਵੀ ਨਹੀਂ। ਇਹ ਤੇ ਕੁਆਲਿਟੀ ਮੇਰੇ 'ਚ ਹੈ ਨਾ, ਇਹ ਤੇ ਗੁਣ ਮੇਰਾ ਹੈ ਨਾ ਮੰਗਤਾ ਹੋਣ ਦੇ ਨਾਤੇ, ਵੀ ਮੰਗਿਆ ਮੈਂ ਵੀ ਕਿਤੇ ਹੋਰ ਜਾ ਕੇ ਨਹੀਂ, ਮੈਂ ਵੀ ਕਿਸੇ ਅੱਗੇ ਹੱਥ ਨਹੀਂ ਅੱਡਿਆ, ਨਾ ਕਿਸੇ ਮਨੁੱਖ ਕੋਲੋਂ ਮੰਗਿਆ, ਨਾ ਸੰਸਾਰ ਦੇ ਕਿਸੇ ਅਕੌਤੀ ਖੁਦਾ ਤੇ ਰੱਬ ਕੋਲੋਂ ਮੰਗਿਆ। ਜੇ ਹੱਥ ਅੱਡਿਆ ਤਾਂ ਉਹ ਵੀ ਕੇਵਲ ਤੇਰੇ ਦਰ ਉੱਤੇ ਆ ਕੇ ਅੱਡਿਆ। ਇਸ ਕਰਕੇ ਸ਼ਬਦ ਵਰਤਿਆ, ਕਹਿਣ ਲੱਗੇ ਪਰਿਓ ਜਾਚਕ ਇੱਕ ਸ਼ਰਨਾ। ਇੱਕੋ ਇੱਕ ਤੇਰੀ ਸ਼ਰਨ ਵਿੱਚ ਮੈਂ ਜਾਚਕ ਬਣ ਕੇ ਤੇਰੇ ਦੁਆਰੇ ਤੇ ਆ ਕੇ ਢਹਿ ਪਿਆ। ਹੁਣ ਸਤਿਗੁਰੂ ਦੇ ਇਸ ਬਚਨ ਨੂੰ ਚੇਤੇ ਰੱਖੀਏ। ਕਿਤੇ ਐਸਾ ਤੇ ਨਹੀਂ ਵੀ ਅਸੀਂ ਵੀ ਸੰਸਾਰ 'ਚ ਬਹੁਤ ਦੇਵ ਬਣਾ ਲਏ, ਦਾਤੇ ਵੀ ਬਣਾ ਲਏ ਨੇ ਅਸੀਂ। ਕੋਈ ਲੱਖਾਂ ਦੇ ਦਾਤੇ ਨੂੰ ਪੂਜ ਰਿਹਾ, ਕੋਈ ਕਰੋੜਾਂ ਦੇ ਨੂੰ ਪੂਜ ਰਿਹਾ। ਆਪਣੇ ਆਪਣੇ ਦਾਤੇ ਨੇ ਬੰਦੇ ਦੇ। ਬੰਦਾ ਤਾਂ ਇੰਨਾ ਕੁ ਨਿੱਘਰ ਗਿਆ, ਉਹਨੂੰ ਆਪਣੀ ਜ਼ਿੰਦਗੀ ਤੇ ਕੋਈ ਸਵਾਏ ਮਾਣ ਹੀ ਨਹੀਂ ਰਿਹਾ, ਆਪਣੇ ਆਪ ਤੇ ਕੋਈ ਮਾਣ ਨਹੀਂ ਵੀ ਮੈਂ ਮਨੁੱਖ ਹਾਂ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ, ਪਹਿਲਾ ਤੂੰ ਫਲਸਫਾ ਇਹ ਭੁੱਲ ਗਿਆ ਵੀ ਦਾਤਾ ਇੱਕ ਹੈ, ਦੂਜਾ ਤੂੰ ਇੱਕ ਦੇ ਦਰ ਦਾ ਜਾਚਕ ਹੋਣ ਦਾ ਸੁਭਾਅ ਵਿਸਾਰ ਦਿੱਤਾ ਹੈ, ਥਾਂ ਥਾਂ ਤੂੰ ਭਟਕਦਾ ਹੈ। ਦੁਆਰੇ ਦੁਆਰ ਸਵਾਨ ਜੋ ਡੋਲਤ ਨਹਿ ਸੁਧ ਰਾਮ ਭਜਨ ਕੀ। ਮਹਾਰਾਜ ਕਹਿੰਦੇ ਨੇ ਦੁਆਰ ਦੁਆਰ ਤੇ ਭਟਕਦਾ ਹੈ ਤੂੰ। ਕੋਈ ਦਰ ਛੱਡਿਆ, ਕੋਈ ਜਗ੍ਹਾ ਛੱਡੀ ਹੈ ਜਿੱਥੇ ਤੂੰ ਭਟਕਦਾ ਨਾ ਹੋਵੇਂ, ਜਿੱਥੋਂ ਤੂੰ ਝੂਠੀਆਂ ਆਸਾਂ ਨਾ ਰੱਖੀਆਂ ਹੋਣ। ਖੈਰ ਦਾਤਾਰ ਜੀ ਆਖਦੇ ਨੇ, ਮੈਂ ਕੇਵਲ ਤੇਰੇ ਹੀ ਦਰ ਤੇ ਉੱਤੇ ਆ ਕੇ ਮੰਗਿਆ, ਹੋਰ ਕਿਤੋਂ ਮੈਂ ਮੰਗਦਾ ਵੀ ਨਾ, ਕਿਤੋਂ ਮਿਲਣਾ ਹੀ ਹੈ ਜੋ ਮੈਂ ਮੰਗ ਰਿਹਾ, ਜੋ ਦਾਤ। ਸਤਿਗੁਰੂ ਕਹਿੰਦੇ ਮਿਲੈ ਦਾਨ ਸੰਤ ਰੇਨ। ਮੈਂ ਮੰਗਦਾ ਕੀ ਹਾਂ? ਸੰਤ ਸ਼ਬਦ ਇੱਥੇ ਬਹੁ ਵਚਨ ਵਿੱਚ ਵਰਤਿਆ, ਵਿਆਕਰਣ ਗ੍ਰਾਮਰ ਦੇ ਰੂਲ ਦੇ ਮੁਤਾਬਕ। ਸੰਤ ਰੇਨ, ਰੇਨ ਦਾ ਅਰਥ ਹੁੰਦਾ ਧੂੜੀ, ਖਾਕ। ਸੰਤ ਦਾ, ਸੰਤ ਪਦ ਦਾ ਇੱਥੇ ਭਾਵ ਹੈ ਬਹੁ ਵਚਨ, ਸਤ ਸੰਗੀ। ਮਿਲੈ ਦਾਨ, ਮੈਨੂੰ ਇੱਕ ਦਾਨ ਚਾਹੀਦਾ, ਦਾਤ ਚਾਹੀਦੀ ਹੈ। ਮੈਂ ਜੋ ਮੰਗ ਰਿਹਾ ਉਹ ਕੀ ਹੈ? ਵੀ ਮੈਨੂੰ ਸਤ ਸੰਗੀਆਂ ਦੇ ਚਰਨਾਂ ਦੀ ਧੂੜ ਦੇ।
ਧੂੜ ਦਾ ਅਰਥ ਭਾਵ ਸਮਝਣਾ। ਰੇਣ ਦਾ ਭਾਵ ਹੈ ਧੂੜੀ, ਧੂੜੀ ਦਾ ਭਾਵ ਹੈ ਖਾਕ ਹੋਣਾ, ਨਿਮਰਤਾ ਚ ਆਉਣਾ, ਸਮਰਪਣ ਭਾਵ ਹੋਣਾ, ਇਹ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ। ਇਹਦਾ ਮਤਲਬ ਇਹ ਨਹੀਂ ਵੀ ਪੈਰਾਂ ਦੀ ਮਿੱਟੀ ਅਸੀਂ ਚੁੱਕ ਕੇ ਆਪਣੇ ਮੱਥੇ ਤੇ ਲਾਈਏ, ਕੱਪੜਿਆਂ ਨੂੰ ਮਲੀਏ, ਇਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ, ਇਹਦੇ ਨਾਲ ਜ਼ਿੰਦਗੀ 'ਚ ਕੋਈ ਗੁਣ ਨਹੀਂ ਆਉਣ ਲੱਗਿਆ ਖਿਮਾ ਕਰਨਾ। ਇਹ ਸਾਡੀਆਂ ਗੱਲਾਂ ਨੇ। ਹਾਂ, ਕੋਈ ਜੋੜਿਆਂ ਦੀ ਸੇਵਾ ਕਰਦਾ ਜੀ ਸਦਕੇ, ਇਹ ਇੱਕ ਬਤੌਰ ਸੇਵਾ ਦਾ ਇੱਕ ਹਿੱਸਾ ਹੈ। ਪਰ ਜੇ ਕੋਈ ਸੋਚੇ ਨਾ ਵੀ ਪੈਰਾਂ ਦੀ ਮਿੱਟੀ ਨੂੰ, ਪੈਰ ਧੋਣ ਵਾਲੇ ਪਾਣੀ ਨੂੰ ਮੈਂ ਪੀ ਕੇ ਸਿਰ 'ਚ ਪਾ ਕੇ ਉਹ ਮਿੱਟੀ ਨੂੰ ਸਰੀਰ ਤੇ ਮਲ ਕੇ ਇਹ ਗੁਰੂ ਦਾ ਹੁਕਮ ਮੈਂ ਪਾਲ ਰਿਹਾ, ਤਾਂ ਗੁਰੂ ਦਾ ਐਸਾ ਕੋਈ ਹੁਕਮ ਨਹੀਂ ਜੇ। ਇਹ ਸਭ ਭਰਮ ਇਸ ਕਰਕੇ ਬਣ ਗਏ ਨੇ ਵੀ ਅਸੀਂ ਬਾਣੀ ਦੇ ਅੰਤਰੀਵ ਭਾਵ ਨੂੰ ਨਹੀਂ ਸਮਝਦੇ। ਭਾਵ ਕੀ ਹੈ ਬਾਣੀ ਦਾ? ਹੁਣ ਸਤਿਗੁਰੂ ਨੇ ਸ਼ਬਦ ਇਹ ਵੀ ਵਰਤਿਆ ਵੀ ਕੇਸਾਂ ਕਾ ਕਰ ਚਵਰ ਢੁਲਾਵਾਂ, ਚਰਨ ਧੂਰ ਮੁਖ ਲਾਈ। ਹੁਣ ਕੇਸਾਂ ਦਾ ਚੌਰ ਕਿਵੇਂ ਕਰੋਗੇ? ਇਹਦਾ ਮਤਲਬ ਕੇਸ ਕਤਲ ਕਰਾ ਦੇਣੇ ਚਾਹੀਦੇ ਨੇ ਜਾਂ ਉਹਨਾਂ ਦਾ ਚੌਰ ਕਰਨਾ ਚਾਹੀਦਾ? ਭਾਵ ਤੇ ਸਮਰਪਿਤ ਹੋਣ ਤੋਂ। ਹੁਣ ਇਹ ਵੀ ਤੇ ਸ਼ਬਦ ਵਰਤੇ ਨਾ, ਤਨ ਮਨ ਕਾਟ, ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਮੈਂ ਆਪਣਾ ਤਨ ਮਨ ਕੱਟ ਕੇ, ਹੁਣ ਚਲੋ ਤਨ ਤੇ ਕੱਟ ਲੈ, ਮਨ ਕਿਵੇਂ ਕੱਟ ਲਓਗੇ? ਮਨ ਕੋਈ ਇਹੋ ਜਿਹੀ ਚੀਜ਼ ਦਿਸਦੀ ਹੈ ਜਿਹਨੂੰ ਚਾਕੂ ਨਾਲ, ਕਰਦ ਨਾਲ, ਕਿਰਪਾਨ ਨਾਲ ਵੱਢਿਆ ਜਾਏ, ਉਹਦੇ ਟੁਕੜੇ ਪੀਸ ਕਰ ਲਏ ਜਾਣ? ਇਹ ਸਮਝਣੇ ਨੇ ਭਾਵ ਬਾਣੀ ਦੇ। ਇੱਕ ਬੇਨਤੀ ਕਰਾਂ, ਬਾਣੀ ਦੀ ਪਹਿਲਾ ਹੈ ਉਚਾਰਨ ਵੀ ਅਸੀਂ ਪੜ੍ਹਨਾ ਕਿਵੇਂ। ਦੂਜਾ ਭਾਵ ਹੈ ਉਹਦਾ ਅਰਥ ਵੀ ਉਹਦਾ ਮੀਨਿੰਗ, ਲਫ਼ਜ਼ੀ ਮਤਲਬ ਕੀ ਨਿਕਲਦਾ। ਤੀਸਰਾ, ਕਿਉਂਕਿ ਬਾਣੀ ਕਾਵਿ ਰੂਪ ਹੈ, ਉਹਦਾ ਤੀਸਰਾ ਸਟੇਜ ਆਉਂਦੀ ਏ ਬਾਣੀ ਦਾ ਭਾਵ ਕੀ ਬਣਦਾ ਹੈ, ਮਤਲਬ ਕੀ ਹੈ ਇਹਦਾ, ਕੀ ਕਹਿਣਾ ਚਾਹੁੰਦੇ ਨੇ ਗੁਰੂ ਸਾਹਿਬ, ਉਹਨਾਂ ਦੀ ਕੀ ਭਾਵਨਾ ਹੈ ਇਹ ਗੱਲ ਕਰਨ ਪਿੱਛੇ। ਚੌਥੀ ਗੱਲ ਏ ਉਹਨੂੰ ਮਹਿਸੂਸ ਕਰਨਾ, ਅਨੁਭਵ ਜਿਹਨੂੰ ਆਖਿਆ ਜਾਂਦਾ, ਫੀਲਿੰਗ, ਗੁਰਬਾਣੀ ਦੀਆਂ ਫੀਲਿੰਗ ਆਪਣੇ ਅੰਦਰ ਲੈ ਕੇ ਆਉਣੀਆਂ। ਇਹ ਚਾਰ ਸਟੇਜਾਂ ਨੇ ਗੁਰਬਾਣੀ ਨੂੰ ਜੀਣ ਦੀਆਂ, ਹੰਡਾਉਣ ਦੀਆਂ। ਫਿਰ ਦੁਹਰਾ ਦਿਆਂ, ਪਹਿਲਾ ਹੈ ਗੁਰਬਾਣੀ ਦਾ ਉਚਾਰਨ, ਬੋਲਣ ਦਾ ਤਰੀਕਾ, ਦੂਸਰਾ ਹੈ ਅੱਖਰੀ ਅਰਥ, ਤੀਸਰਾ ਹੈ ਭਾਵ ਅਰਥ, ਤੇ ਚੌਥਾ ਹੈ ਮਹਿਸੂਸ ਕਰਨਾ, ਅਨੁਭਵ ਕਰਨਾ। ਜੋ ਗੁਰੂ ਨੇ ਕਿਹਾ ਉਹਨੂੰ ਆਪਣੇ ਜੀਵਨ 'ਚ ਮਹਿਸੂਸ ਕਰੋ, ਅਨੁਭਵ ਕਰੋ, ਗੁਰੂ ਵਰਗੀ ਫੀਲਿੰਗ ਬਣਾਉਣ ਦੀ ਕੋਸ਼ਿਸ਼ ਕਰਨੀ। ਇਹ ਚਾਰ ਪੜਾਅ ਨੇ, ਚਾਰ ਸਟੇਜਾਂ ਨੇ, ਚਾਰ ਅਵਸਥਾਵਾਂ ਨੇ ਗੁਰਬਾਣੀ ਨੂੰ ਹੰਡਾਉਣ ਦੀਆਂ। ਇਸ ਕਰਕੇ ਦਾਤਾਰ ਜੋ ਕਹਿੰਦੇ ਨਾ, ਜਿੱਥੇ ਰੇਣ ਸ਼ਬਦ ਆਉਂਦਾ ਹੈ, ਧੂੜੀ ਸ਼ਬਦ ਆਉਂਦਾ ਹੈ, ਮੱਜਨ ਸ਼ਬਦ ਆਉਂਦਾ, ਇਹਦਾ ਮਤਲਬ ਹੈ ਅਕਾਲ, ਇਹ ਨਿਮਰਤਾ ਦੇ ਵਿੱਚ ਰਹਿਣਾ, ਸਮਰਪਣ ਭਾਵ, ਆਪਣੀ ਈਗੋ ਨਾ ਰੱਖਣੀ। ਕਿਉਂਕਿ ਸਤ ਸੰਗਤ ਚੋਂ ਉਹੋ ਹੀ ਕੁਝ ਨਾ ਕੁਝ ਪ੍ਰਾਪਤ ਕਰ ਸਕਦਾ ਹੈ ਜਿਹੜਾ ਈਗੋ ਤਿਆਗਦਾ ਹੈਗਾ। ਜਿਹੜਾ ਹਉਮੈ ਰੱਖਦਾ ਹੈ ਉਹ ਕੀ ਲੈ ਲਏਗਾ? ਹਉਮੈ ਵਾਲਾ ਕੋਈ ਸਿੱਖ ਨਹੀਂ ਸਕਦਾ ਕੋਈ ਵੀ ਚੀਜ਼। ਇੱਥੇ ਤੇ ਭਾਂਡਾ ਮਨ ਦਾ ਖਾਲੀ ਕਰਕੇ ਆਉਣਾ ਪੈਂਦਾ। ਜਿਵੇਂ ਕਿ ਸਤਿਗੁਰੂ ਨੇ ਮੁਬਾਰਕ ਬਾਣੀ ਦੇ ਵਿੱਚ ਆਖਿਆ ਹੈ ਨਾ, ਸ਼ੇਖ ਫਰੀਦ ਸਾਹਿਬ ਜੀ ਕਹਿੰਦੇ ਨੇ ਆਪਣੇ ਸ਼ਲੋਕ ਅੰਦਰ, ਕਹਿੰਦੇ ਨੇ ਫਰੀਦਾ ਗਰਬ ਜਿਨ੍ਹਾਂ ਵਡਿਆਈਆਂ, ਗਰਬ ਦਾ ਅਰਥ ਹੈ ਹਉਮੈ, ਜਿਨ੍ਹਾਂ ਨੂੰ ਆਪਣੇ ਪੱਲੇ ਪਈਆਂ ਹੋਈਆਂ ਵਡਿਆਈਆਂ ਦੀ ਹਉਮੈ ਚੰਬੜ। ਵਡਿਆਈ ਹੋਣੀ ਮਾੜੀ ਗੱਲ ਨਹੀਂ, ਵਡਿਆਈ ਦਾ ਹੰਕਾਰ ਹੋਣਾ ਬੜਾ ਖਤਰਨਾਕ ਹੈ। ਗੌਰ ਕਰਨਾ, ਵਡਿਆਈ ਮਿਲ ਜਾਏ ਨਾ ਮਾੜੀ ਗੱਲ ਨਹੀਂ ਹੈ, ਚੰਗੀ ਬਾਤ ਹੈ, ਪਰ ਵਡਿਆਈ ਦੀ ਹਉਮੈ ਹੋਣੀ ਸਭ ਤੋਂ ਖਤਰਨਾਕ। ਫਰੀਦਾ ਗਰਬ ਜਿਨ੍ਹਾਂ ਵਡਿਆਈਆਂ, ਧਨ, ਧਨ ਹੋਣਾ ਮਾੜੀ ਗੱਲ ਨਹੀਂ, ਧਨ ਦੀ ਹਉਮੈ ਹੋਣੀ ਮਾੜੀ ਗੱਲ ਹੈ। ਧਨ ਜੋਬਨ, ਜੋਬਨ ਦਾ ਅਰਥ ਹੈ ਜਵਾਨੀ, ਜੋਬਨ ਦੇ ਵਿੱਚ ਸੁੰਦਰਤਾ ਵੀ ਆ ਜਾਂਦੀ ਹੈ, ਜੋਬਨ ਦੇ ਵਿੱਚ ਜਵਾਨੀ ਦੀ ਉਮਰ ਵੀ ਆ ਜਾਂਦੀ ਹੈ, ਜੋਬਨ ਦੇ ਅਰਥ ਵਿਦਵਤਾ ਵੀ ਆ ਜਾਂਦੀ ਹੈ, ਸਰੀਰਕ ਬਲ ਵੀ ਆ ਜਾਂਦਾ ਹੈ। ਭਾਵ ਇਹ ਸਾਰੇ ਗੁਣ ਤੇਰੇ, ਇਹ ਮਾੜੇ ਨਹੀਂ ਹਨ, ਪਰ ਇਹਨਾਂ ਦੀ ਹਉਮੈ ਮਾੜੀ ਹੈ। ਫਰੀਦਾ ਗਰਬ ਜਿਨ੍ਹਾਂ ਵਡਿਆਈਆਂ, ਧਨ ਜੋਬਨ ਆਗਾ, ਸ਼ਬਦ ਵਰਤਿਆ, ਕਹਿੰਦੇ ਖਾਲੀ ਚੱਲੇ ਧਣੀ ਸਿਓ, ਟਿੱਬੇ ਜਿਉ ਮੀਂਹ। ਜੇ ਮੀਂਹ ਪੈਂਦਾ ਉੱਚੇ ਟਿੱਬਿਆਂ ਦੇ ਉੱਤੇ ਪਾਣੀ ਨਹੀਂ ਨਿਕਲਦਾ, ਰਿੜ ਕੇ ਥੱਲੇ ਨੀਵੀਂ ਜਗ੍ਹਾ ਤੇ ਆ ਖਲੋ ਜਾਂਦਾ ਹੈ। ਉਹ ਟਿੱਬਿਆਂ ਵਰਗੇ ਨੇ ਬੰਦੇ, ਉਹਨਾਂ ਨੇ ਮਨ ਆਪਣਾ ਉੱਚਾ ਰੱਖਿਆ, ਮਤ ਨੀਵੀਂ ਰਹਿ ਜਾਂਦੀ ਹੈ। ਇੱਕ ਸ਼ਬਦ ਨਾ ਅਸੀਂ ਅਕਸਰ ਪੜ੍ਹਦੇ ਹਾਂ ਵੀ ਜਿਨ੍ਹਾਂ ਦੀ ਕੋਠੀ 'ਚ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ, ਸ਼ਬਦ ਆਮ ਹੀ ਵਰਤਿਆ ਜਾਂਦਾ ਹੈ। ਸਤਿਗੁਰੂ ਦੀ ਮੁਬਾਰਕ ਬਾਣੀ ਵਿੱਚ ਧੰਨ ਗੁਰੂ ਨਾਨਕ ਮਹਾਰਾਜ ਨੇ ਓਅੰਕਾਰ ਰਾਗ ਰਾਮਕਲੀ ਦੀ ਬਾਣੀ ਦੇ ਵਿੱਚ ਸ਼ਬਦ ਵਰਤਿਆ ਹੈ। ਸਤਿਗੁਰੂ ਕਹਿੰਦੇ ਨੇ, ਆਥ ਸੈਲ ਜਿਸ ਘਰ ਹੋਏ, ਆਥ ਦੇਖ ਨਿਵੇਂ ਜਿਸ ਦੋਏ। ਆਥ ਹੋਏ ਤਾਂ ਮੁਗਧ ਸਿਆਣਾ, ਭਰਮੇ ਭੂਲਾ ਜਗ ਬਉਰਾਨਾ। ਆਥ ਦਾ ਅਰਥ ਹੈ ਦੌਲਤ, ਪਦਾਰਥ ਹੋਵੇ ਤੇ ਮੂਰਖ ਵੀ ਸਿਆਣਿਆਂ ਦਾ ਲੇਬਲ ਲਵਾ ਲੈ। ਬੇਸਿਕਲੀ ਤੇ ਉਹ ਸਿਆਣਾ ਨਹੀਂ ਨਾ ਹੁੰਦਾ, ਲੋਕ ਉਹਦੀ ਚਕਾਚੌਂਧ ਵੇਖ ਕੇ ਕਹਿੰਦੇ ਨੇ ਵੀ ਚਲੋ ਕੀ ਇਹਦੇ ਨਾਲ ਉਲਝਣਾ ਕਿਉਂ ਹੈ, ਤਾਕਤਵਰ ਆਦਮੀ, ਦੌਲਤਮੰਦ ਆਦਮੀ, ਕੋਈ ਸਵਾਰਥੀ ਪੂਰਾ ਕਰ ਲਵਾਂਗੇ। ਬੇਸਿਕਲੀ ਮਨੋਂ ਸਾਰੇ ਹੀ ਮੰਨਦੇ ਨੇ ਵੀ ਹੈ ਸਿਰੇ ਦਾ ਮੂਰਖ।
ਆਥ ਦੇਖ ਨਿਮੈ ਜਿਸ ਦੋਏ, ਆਥ ਹੋਏ ਤਾਂ ਮੁਗਧ ਸਿਆਣਾ, ਭਰਮੇ ਭੂਲਾ ਜਗ ਬੌਰਾਨਾ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਇਹ ਬਾਤ ਸਮਝਾਉਂਦੇ। ਖੈਰ, ਜੋ ਮੈਂ ਜਿਹੜੀ ਬੇਨਤੀ ਮੈਂ ਕਰ ਰਿਹਾ ਵੀ ਇਹਨਾਂ ਦੀ ਹਉਮੈ ਮਾੜੀ ਹੈ, ਇਹ ਸਭ ਚੀਜ਼ਾਂ ਕੋਲ ਹੋਣ ਗੱਲ ਮਾੜੀ ਨਹੀਂ, ਪਰ ਜੇ ਇਹਨਾਂ ਦੀ ਹਉਮੈ ਇਹਨਾਂ ਨੂੰ ਹੰਡਾਉਣ ਦਾ ਤਰੀਕਾ ਨਹੀਂ, ਬੰਦਾ ਆਪਣੀ ਤਰਜ਼ੇ ਜ਼ਿੰਦਗੀ ਬਦਲ ਬੈਠਾ ਹੈ, ਆਪਣੇ ਇਨਸਾਨੀ ਸੁਭਾਅ ਦਾ ਖਿਆਲ ਨਹੀਂ ਰੱਖਦਾ, ਤੇ ਫੇਰ ਤਾਂ ਗੁਰੂ ਸਾਹਿਬ ਕਹਿੰਦੇ ਨੇ ਉਹ ਟਿੱਬੇ ਵਰਗਾ ਵੀ ਹੈ ਸਭ ਕੁਝ, ਬਖਸ਼ਿਸ਼ ਨਹੀਂ ਟਿਕ ਸਕੀ ਜੀਵਨ ਦੇ ਅੰਦਰ, ਉਹ ਤਾਂ ਨਿਮਰਤਾ ਵਾਲਿਆਂ ਦੇ ਪੱਲੇ ਆਉਂਦੀ ਏ। ਇਸ ਕਰਕੇ ਦਾਤਾਰ ਜਦੋਂ ਰੇਣ ਸ਼ਬਦ ਵਰਤਦੇ ਨੇ, ਭਾਵ ਹੈ ਸਮਰਪਣ ਹੋਣਾ, ਨਿਮਰਤਾ ਰੱਖਣੀ, ਧੀਰਜ ਰੱਖਣਾ। ਮਿਲੈ ਦਾਨ, ਮੈਂ ਇਹ ਦਾਤ ਮੰਗਦਾ, ਦਾਨ ਮੈਂ ਚਾਹੁੰਦਾ, ਸੰਤ ਰੇਨ ਮੈਨੂੰ ਸਤ ਸੰਗੀਆਂ ਵਿੱਚ ਨਿਮਰਤਾ ਤੇ ਸਮਰਪਣ ਭਾਵ ਨਾਲ ਸਾਂਝ ਬਣਾਉਣੀ ਆ ਜਾਏ। ਜੇ ਇਹ ਲੱਗ ਭਉਜਲ ਤਰਨਾ, ਜਿਨ੍ਹਾਂ ਸਤ ਸੰਗੀਆਂ ਦੇ ਨਾਲ ਲੱਗ ਕੇ, ਭਾਵ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਇਹ ਦਾਤ ਪ੍ਰਾਪਤ ਕਰਕੇ ਸਮਰਪਣ ਭਾਵ ਤੇ ਨਿਮਰਤਾ ਦੀ ਭਉਜਲ ਤਰਨਾ। ਭਉਜਲ ਦਾ ਅਰਥ ਹੈ ਵਿਕਾਰਾਂ ਦੇ ਇਸ ਭਵ ਸਾਗਰ ਤੋਂ, ਮਾੜੇ ਜੀਵਨ ਤੋਂ, ਮੰਦੇ ਪਾਸੇ ਤੋਂ, ਆਤਮਕ ਮੌਤ ਤੋਂ, ਅੰਦਰ ਦੀ ਅਗਿਆਨਤਾ ਤੋਂ ਮੈਂ ਮੁਕਤ ਹੋ ਸਕਦਾ ਹਾਂ। ਦਾਤਾਰ ਕਹਿੰਦੇ ਬੇਨਤ ਕਰੋ, ਮੈਂ ਇਹ ਬੇਨਤੀ ਕਰਦਾ ਹਾਂ। ਅਰਦਾਸ ਸੁਣੋ, हे ਅਕਾਲ ਪੁਰਖ ਵਾਹਿਗੁਰੂ, ਤੁਸੀਂ ਮੇਰੀ ਇਹ ਅਰਜ਼ ਸੁਣੋ, ਮੈਂ ਇਹ ਬੇਨਤੀ ਕਰ ਰਿਹਾ। ਮੇਰੀ ਇਸ ਬੇਨਤੀ ਨੂੰ, ਫਰਕ ਇੱਕੋ ਹੀ ਹੈ, ਬਿਨਤ ਦਾ ਅਰਥ ਵੀ ਉਹੀ ਹੈ ਬੇਨਤੀ ਦਾ, ਤੇ ਅਰਜ਼ ਦਾ ਅਰਥ ਵੀ ਉਹੀ ਹੈ। ਬਿਨਤ, ਅਰਦਾਸ ਸ਼ਬਦ ਜਿਹੜਾ ਨਾ ਅਰਜ਼ਦਾਸਤ ਤੋਂ ਬਣਿਆ, ਅਰਜ਼ਦਾਸਤ, ਇਹ ਦੋਵੇਂ ਹੱਥ ਜੋੜ ਕੇ ਮੈਂ ਅਰਜ਼ ਕਰ ਰਿਹਾ, ਬੇਨਤੀ ਕਰ ਰਿਹਾ, ਮੈਂ ਕੁਝ ਕਹਿ ਰਿਹਾ, ਔਰ ਕਹਿ ਰਿਹਾ ਮੇਰੇ ਕਹਿਣ ਦੇ ਵਿੱਚ ਨਿਮਾਣਾ ਤੇ ਨਿਤਾਣਾ ਪਾਣੇ, ਬੜੀ ਆਜਜੀ ਦੇ ਨਾਲ ਮੈਂ ਗੱਲ ਕਰਦਾ, ਇਹ ਅਰਦਾਸ ਹੈ। ਸਤਿਗੁਰੂ ਕਹਿੰਦੇ ਮੈਂ ਇਹ ਬੇਨਤੀ ਕਰਦਾ, हे ਅਕਾਲ ਪੁਰਖ ਜੀ, ਮੇਰੀ ਇਸ ਅਰਜ਼ ਨੂੰ, ਮੇਰੀ ਇਸ ਬੇਨਤੀ ਨੂੰ ਗੌਰ ਨਾਲ ਸੁਣੋ ਕਿਰਪਾ ਕਰਕੇ। ਜੇ ਠਾਕੁਰ ਭਾਵੈ, ਜੇ ਤੁਹਾਡੇ ਮਨ ਨੂੰ ਗੱਲ ਚੰਗੀ ਲੱਗੇ, ਮੇਰੇ ਇਹ ਅਲਫਾਜ਼, ਮੇਰੀ ਇਹ ਭਾਵਨਾ ਜੇ ਤੁਹਾਡੇ ਦਰ ਕਬੂਲ ਹੁੰਦੀ ਏ, ਤਾਂ ਕਿਰਪਾ ਕਰੋ ਮੈਨੂੰ ਇਹ ਦਾਤ ਦਿਓ, ਦੇਹੋ ਦਰਸ਼ ਮਨ ਚਾਓ। ਮੇਰੇ ਮਨ ਵਿੱਚ ਚਾਓ ਦਾ ਅਰਥ ਹੈ ਖੁਸ਼ੀ, ਚਾਓ ਦਾ ਅਰਥ ਹੈ ਤਾਂਗ, ਜਗਿਆਸਾ ਹੈ ਮਨ ਅੰਦਰ, ਭੁੱਖ ਹੈ ਇੱਕ, ਤਾਂਗ ਹੈ ਇੱਕ ਮਨ ਦੇ ਅੰਦਰ ਕਿ ਮੈਨੂੰ ਆਪਣਾ ਦੀਦਾਰ ਦੇਵੋ। ਦੀਦਾਰ ਦਾ ਅਰਥ ਹੈ ਤੁਸੀਂ ਮੈਨੂੰ ਹਰ ਵੇਲੇ ਮਹਿਸੂਸ ਹੋਵੋ, ਮੈਂ ਤੁਹਾਨੂੰ ਅੰਗ ਸੰਗ ਸਮਝਾਂ, ਮੈਂ ਹਰ ਵੇਲੇ ਤੁਹਾਨੂੰ ਆਪਣੇ ਅੰਦਰ ਵਸਦਾ, ਬਾਹਰ ਸੰਸਾਰ ਵਿੱਚ ਵਸਦਾ ਹੋਇਆ ਮਹਿਸੂਸ ਕਰਾਂ। ਮੈਂ ਤੁਹਾਡੇ ਤੋਂ ਮਾਨਸਿਕ ਆਤਮਿਕ ਤੌਰ ਤੇ ਵਿਛੜਾਂ ਕਦੇ ਨਾ, ਬਸ ਇਹ ਦਾਤ ਚਾਹੁੰਦਾ ਹਾਂ। ਦੇਹੋ ਦਰਸ਼ ਮਨ ਚਾਓ, ਭਗਤ ਇਹ ਮਨ ਠਹਿਰਾਵੇ, ਤੁਹਾਡੇ ਗੁਣ ਰੂਪ, ਤੁਹਾਨੂੰ ਮਹਿਸੂਸ ਕਰਨ ਰੂਪ ਭਗਤ ਦੇ ਵਿੱਚ, ਤੁਹਾਡੀ ਭਗਤੀ, ਤੁਹਾਡੇ ਨਾਮ ਦੇ ਵਿੱਚ ਮੇਰਾ ਮਨ ਟਿਕ ਜਾਏ। ਠਹਿਰਾਵੇਦਾਰ ਤਾਂ ਮੇਰਾ ਮਨ ਤੁਹਾਡੇ ਨਾਮ ਵਿੱਚ, ਤੁਹਾਡੀ ਭਗਤੀ ਵਿੱਚ ਟਿਕ ਜਾਏ, ਇੱਕ ਸੁਰ ਹੋ ਜਾਏ, ਲੀਨ ਹੋ ਜਾਏ, ਇਹ ਚਾਹੁੰਦਾ ਹਾਂ। ਸਤਿਗੁਰੂ ਇਸ 9ਵੇਂ ਸਵਈਏ ਦੀਆਂ ਅਖੀਰਲੀਆਂ 2 ਪੰਕਤੀਆਂ ਵਿੱਚ ਆਖਦੇ ਨੇ, ਇਹ ਬੇਨਤੀ ਪਤਾ ਮੈਂ ਕਿਉਂ ਕੀਤੀ ਏ? ਇਸ ਬੇਨਤੀ ਤੱਕ ਮੈਨੂੰ ਲੈ ਕੇ ਆਉਣ ਵਾਲੇ ਮੇਰੇ ਅੰਦਰੋਂ ਇਹ ਤਾਂਗ, ਜਗਿਆਸਾ, ਭੁੱਖ, ਜੀਵਨ ਦਾ ਇਹ ਤਾਲੇ ਸਟੇਟਸ ਪੈਦਾ ਕਰ ਦੇਣ ਵਾਲੇ ਦਾਤਾਰ ਧੰਨ ਗੁਰੂ ਨਾਨਕ ਸਾਹਿਬ ਦਾ ਮੈਂ ਰਿਣੀ ਹਾਂ, ਜਿਨ੍ਹਾਂ ਨੇ ਮੈਨੂੰ ਰੱਬ ਵਾਲੇ ਪਾਸੇ ਮੇਰੇ ਅੰਦਰ ਤਾਂਗ ਜਗਾਈਏ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਗੁਰੂ ਨਾਨਕ ਮਹਾਰਾਜ ਜਿਨ੍ਹਾਂ ਨੇ ਉਪਰੋਕਤ ਇਹ ਮਤ ਮੈਨੂੰ ਦਿੱਤੀ ਆਪਣੇ ਉਪਦੇਸ਼ ਰਾਹੀਂ, ਉਹ ਗੁਰੂ ਨਾਨਕ ਮਹਾਰਾਜ ਹਰੀ ਅਕਾਲ ਪੁਰਖ ਦਾ ਰੂਪ, ਬਲਿਓ ਚਿਰਾਗ ਅੰਧਿਆਰ ਮੈਂ, ਘੋਰ ਅਗਿਆਨਤਾ ਚ, ਜਿੱਥੇ ਅਗਿਆਨਤਾ ਦਾ, ਬੇਸਮਝੀ ਦਾ ਹਨੇਰਾ ਹੈ, ਆਤਮਕ ਮਾਨਸਿਕ ਤੌਰ ਤੇ ਬੰਦਾ ਉਜੜੇ ਪਿਆ ਹੋਇਆ ਹੈ, ਭੁੱਲਿਆ ਭਟਕਿਆ ਹੋਇਆ ਹੈ, ਉਹਨੂੰ ਕੋਈ ਆਤਮਕ ਮਾਨਸਿਕ ਜੀਵਨ ਦੀ ਸੋਝੀ ਕੋਈ ਨਹੀਂ, ਜੀਵਨ ਦੇ ਵਿਹਾਰ ਪ੍ਰਤੀ ਉਹ ਸੁਚੇਤ ਨਹੀਂ। ਸਤਿਗੁਰੂ ਕਹਿੰਦੇ ਨੇ ਐਸੇ ਘੋਰ ਅੰਧਕਾਰ ਦੇ ਅੰਦਰ ਬਲਿਓ ਚਿਰਾਗ, ਗੁਰੂ ਨਾਨਕ ਮਹਾਰਾਜ ਇੱਕ ਦੀਪਕ ਵਾਂਗ ਬਲ ਰਹੇ ਨੇ, ਚਾਨਣ ਦੇ ਰਹੇ ਨੇ, ਰੋਸ਼ਨੀ ਦੇ ਰਹੇ ਨੇ ਆਪਣੇ ਗਿਆਨ ਉਪਦੇਸ਼ ਦੀ। ਬਲਿਓ ਚਿਰਾਗ ਅੰਧਿਆਰ ਮਹਿ, ਸਭ ਕਲਿਉਦਰੀ ਇੱਕ ਨਾਮ ਧਰਮ। ਗੁਰੂ ਨਾਨਕ ਮਹਾਰਾਜ ਅਕਾਲ ਪੁਰਖ ਦੀ ਸਿਫਤ ਉਹ ਸਲਾਹ, ਉਹਦੇ ਗੁਣ, ਉਹਦੇ ਨਾਮ ਦਾ ਧਰਮ ਦ੍ਰਿੜ ਕਰਵਾ ਰਹੇ ਨੇ ਸੰਸਾਰ ਨੂੰ, ਰੱਬ ਨਾਲ ਜੋੜਦੇ ਨੇ, ਔਰ ਸਾਰੀ ਸ੍ਰਿਸ਼ਟੀ, ਸਾਰੇ ਜੀਵ ਉਧਰ ਸਕਦੇ ਨੇ ਇਸ ਨਾਮ ਦੇ ਆਸਰੇ ਨਾਲ। ਤਾਂ ਹੀ ਉਹ ਸ਼ਬਦ ਵਰਤੇ ਨਾ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਆਸ ਇਹੋ ਆਧਾਰ। हे ਅਕਾਲ ਪੁਰਖ ਵਾਹਿਗੁਰੂ,
ਤੇਰਾ ਹੀ ਯਾਦ, ਤੇਰੇ ਗੁਣ, ਤੇਰੀ ਭਗਤ ਸਾਰੇ ਸੰਸਾਰ ਨੂੰ ਤਾਰਨ ਦੀ ਤਾਕਤ ਰੱਖਦੀ ਹੈ। ਤੋ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪ੍ਰਗਟ ਸਗਲ ਹਰ ਭਵਨ ਮਹਿ। ਗੁਰੂ ਨਾਨਕ ਮਹਾਰਾਜ ਦੀ ਵਿਚਾਰਧਾਰਾ, ਸਤਿਗੁਰੂ ਦੇ ਉਪਦੇਸ਼ ਨੂੰ ਕਮਾ ਕੇ ਜੀ ਕੇ ਇਹ ਦਾਤ ਨਸੀਬ ਤੇ ਪ੍ਰਾਪਤ ਹੋਈ, ਉਹ ਹਰੀ ਵਾਹਿਗੁਰੂ ਮੈਨੂੰ ਸਾਰੇ ਭਵਨਾਂ, ਸਾਰੀਆਂ ਥਾਵਾਂ ਤੇ, ਸਾਰੇ ਬ੍ਰਹਿਮੰਡ, ਸਾਰੇ ਸੰਸਾਰ 'ਚ ਵਸਦਾ ਹੋਇਆ ਮਹਿਸੂਸ ਹੁੰਦਾ। ਪ੍ਰਤੱਖ ਮਹਿਸੂਸ ਹੁੰਦਾ। ਪ੍ਰਗਟ ਦਾ ਅਰਥ ਹੁੰਦਾ ਪ੍ਰਤੱਖ ਹੋਣਾ, ਭਾਵ ਕੋਈ ਗੁੱਝੀ ਗੱਲ ਨਹੀਂ ਹੈ, ਕੋਈ ਉਲਝੀ ਹੋਈ ਗੱਲ, ਕੋਈ ਸੁਣੀ ਸੁਣਾਈ ਮੈਂ ਆਪ ਮਹਿਸੂਸ ਕੀਤਾ। ਇਹਨੂੰ ਕਹਿੰਦੇ ਨੇ ਪ੍ਰਤੱਖ ਕਰਨਾ, ਜ਼ਾਹਰ ਕਰ ਲੈਣਾ, ਪ੍ਰਗਟ ਕਰ ਲੈਣਾ ਵੀ ਮੈਂ ਇਹਨੂੰ ਜੀ ਰਿਹਾ, ਇਹ ਮੇਰਾ ਨਿੱਜੀ ਤਜਰਬਾ ਹੈ। ਜੋ ਮੇਰਾ ਨਿੱਜ ਦਾ ਤਜਰਬਾ ਹੈ ਉਹਦੇ ਬਾਰੇ ਮੈਨੂੰ ਹੋਰ ਕਿਸੇ ਪ੍ਰਮਾਣ ਦੀ ਜ਼ਰੂਰਤ ਹੀ ਕੀ ਹੈ। ਇੱਕ ਗੱਲ ਗੌਰ ਦੇਣ ਵਾਲੀ ਹੈ, ਧਿਆਨ ਦੇ ਰੱਖਣ ਵਾਲੀ ਹੈ। ਜਦੋਂ ਤੁਸੀਂ ਸਿੱਧ ਕਰਨ ਤੁਰਦੇ ਹੋ ਨਾ, ਤੁਹਾਨੂੰ ਪ੍ਰਮਾਣਾਂ ਦੀ ਲੋੜ ਪੈਂਦੀ ਹੈ। ਜਦੋਂ ਤੁਸੀਂ ਹੰਡਾਉਂਦੇ ਹੋ ਤੁਹਾਨੂੰ ਪ੍ਰਮਾਣਾਂ ਦੀ ਲੋੜ ਨਹੀਂ ਪੈਂਦੀ, ਤੁਸੀਂ ਸਹਿਜ ਸੁਭਾਅ ਹੰਡਾਉਂਦੇ ਹੋ। ਤੁਹਾਨੂੰ ਆਪਣੇ ਆਪ ਨੂੰ ਸਮਝਾਉਣ ਲਈ ਪ੍ਰਮਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਅਸੀਂ ਜਿਹੜਾ ਤਜਰਬਾ ਕਰ ਲਿਆ ਨਾ ਆਪਣੇ ਜੀਵਨ ਅੰਦਰ, ਹਾਂ ਕਿਸੇ ਨੂੰ ਦੱਸਣ ਵਾਸਤੇ ਸਾਨੂੰ ਪ੍ਰਮਾਣ ਦੀ ਲੋੜ ਪਏਗੀ। ਵੀ ਫੋਰ ਐਗਜ਼ਾਮਪਲ ਇਵੇਂ ਹੁੰਦਾ ਹੈ, ਉਦਾਹਰਣ ਦੇ ਤੌਰ ਤੇ ਇਵੇਂ ਵਾਪਰਦਾ ਹੈ, ਆਹ ਤਰਕ ਹੈ ਮੇਰਾ, ਆਹ ਦਲੀਲ ਹੈ ਮੇਰੀ, ਆਹ ਆਰਗੂਮੈਂਟ ਹੈ ਮੇਰਾ। ਸਿੱਧ ਕਰਨ ਲਈ ਜ਼ਰੂਰਤ ਪੈਂਦੀ, ਜਿਉਣ ਲਈ ਨਹੀਂ ਲੋੜ ਪੈਂਦੀ ਇਹਨਾਂ ਗੱਲਾਂ ਦੀ। ਜਿਉਣ ਵਾਸਤੇ ਤੇ ਬਸ ਫੀਲ ਕਰਨਾ ਜ਼ਰੂਰੀ ਹੈ, ਮਹਿਸੂਸ ਕਰਨਾ ਜ਼ਰੂਰੀ ਹੈ। ਆਪ ਖੁਦ ਉਹਦਾ ਜਦੋਂ ਤਜਰਬਾ ਹੋ ਜਾਂਦਾ, ਫਿਰ ਆਪਣੇ ਆਪ ਨੂੰ ਸਮਝਾਉਣ ਲਈ ਤਾਂ ਕੋਈ ਸਿੱਧ ਕਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ, ਕਿਉਂਕਿ ਉਹ ਤੇ ਆਲਰੇਡੀ ਸਿੱਧ ਹੈ ਤੁਹਾਡੇ ਜੀਵਨ ਅੰਦਰ। ਤੋ ਜਿੱਥੇ ਕਹਿ ਦਿੰਦੇ ਆ ਨਾ ਅਸੀਂ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਕੋਈ ਨਹੀਂ ਹੁੰਦੀ। ਜਦੋਂ ਅਸੀਂ ਜੀ ਲਿਆ ਆਪਣੇ ਜੀਵਨ ਅੰਦਰ, ਫਿਰ ਸਾਨੂੰ ਪ੍ਰਮਾਣ ਦੀ ਤਾਂ ਲੋੜ ਹੀ ਕੋਈ ਨਹੀਂ। ਹਾਂ ਦੂਸਰਾ ਮੰਨੇ ਨਾ ਮੰਨੇ ਉਹਦੀ ਆਪਣੀ ਮਰਜ਼ੀ ਹੈ। ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਉਂਦੇ, ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਹੁਣ ਮੈਨੂੰ ਸਾਰੇ ਭਵਨਾਂ, ਸਾਰੇ ਬ੍ਰਹਿਮੰਡ ਵਿੱਚ ਉਹਦੀ ਹੋਂਦ ਪ੍ਰਤੱਖ ਮਹਿਸੂਸ ਹੁੰਦੀ ਹੈ। ਪ੍ਰਗਟ ਸਗਲ ਹਰ ਭਵਨ ਮਹਿ। ਤੇ ਹੁਣ ਮੈਂ ਇਹ ਗੱਲ ਕਹਿੰਦਾ ਹਾਂ, ਜਨ ਨਾਨਕ ਗੁਰੂ ਨਾਨਕ ਮਹਾਰਾਜ ਅਕਾਲ ਪੁਰਖ ਦੇ ਬੜੇ ਸੱਚੇ ਸੇਵਕ ਨੇ, ਜਿਹੜੇ ਰੱਬ ਦੇ ਸੇਵਕ ਬਣ ਕੇ ਸੰਸਾਰ ਦੀ ਭੁੱਲੀ ਭਟਕੀ ਲੁਕਾਈ ਨੂੰ ਰੱਬ ਦਾ ਗਿਆਨ ਬਖਸ਼ਦੇ ਨੇ, ਸੱਚ ਧਰਮ ਦੀ ਸੋਝੀ ਦਿੰਦੇ ਨੇ, ਗੁਰ ਪਾਰ ਬ੍ਰਹਮ, ਔਰ ਉਸ ਗੁਰੂ ਪਾਰ ਬ੍ਰਹਮ ਨਾਲ ਜੋੜਦੇ ਨੇ। ਗੁਰੂ ਨਾਨਕ ਮਹਾਰਾਜ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਚ ਅਭੇਦ ਨੇ, ਮਾਨਸਿਕਾਤਮਕ ਤੌਰ ਪਰ ਇੱਕ ਸੁਰ ਨੇ, ਔਰ ਗੁਰੂ ਨਾਨਕ ਮਹਾਰਾਜ ਦੇ ਰਾਹੀਂ ਅਸੀਂ ਅਕਾਲ ਪੁਰਖ ਨੂੰ ਜਾਣਿਆ। ਸਾਡੇ ਲਈ ਗੁਰੂ ਨਾਨਕ ਮਹਾਰਾਜ ਦੇ ਵਿੱਚ ਸਾਖਿਆਤ ਅਕਾਲ ਪੁਰਖ ਵਾਹਿਗੁਰੂ ਜੀ ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅਮਰਤ ਸ਼ਤਰ ਗੁਰ ਰਾਮਹਿ ਦੀਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜੁਨ ਪੇਖੋਂ ਨੈਣ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਸਭਨਾਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।